ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ। ਘਰ ਪਹਿਲਾ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ, ਜੋ ਤੁਮਰਾ ਜਸ ਕਹਤੇ ਗੁਰਮਤਿ ਤਿਨ ਮੁਖ ਭਾਗ ਸੁਭਾਗੇ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਵਾਲੀਏ ਕੁਲ ਆਲਮ ਸਰਵਰੇ ਕਾਇਨਾਥ, ਚਵਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸੱਚੇ ਸਤਿਗੁਰਾਂ ਦੀ ਮੁਕੱਦਸ ਗੋਦ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਮਾਈ ਭਾਈ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਨਿਤਨੇਮ ਹੋਏ ਹਨ। ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ। ਘਰ ਪਹਿਲਾ। ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਕਿਰਪਾ ਕਰਕੇ ਦੇਵ ਗੰਧਾਰੀ ਰਾਗ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਨ ਤੋਂ ਪਹਿਲਾਂ ਮਹਾਮੰਤਰ ਪਰਮਾਤਮਾ ਦਾ ਜੋ ਅਕਾਲ ਪੁਰਖ ਦਾ ਮੰਗਲ ਹੈ ਸਤਿਗੁਰਾਂ ਨੇ ਕੀਤਾ ਹੈ।
ਇੱਕ ਅਦੁੱਤੀ ਪਰਮਾਤਮਾ ਓੰਕਾਰ ਸਰਬ ਵਿਆਪਕ ਸਤ ਚੇਤਨ ਆਨੰਦ ਸਰੂਪ ਸਤਿਨਾਮ, ਜਿਸ ਦਾ ਨਾਮ ਸੱਚਾ ਹੈ, ਸਦੀਵ ਕਾਲ ਨਾਸ਼ ਤੋਂ ਰਹਿਤ ਹੈ, ਪ੍ਰਸਿੱਧ ਹੈ। ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਪੁਰਖ ਪੂਰਨ ਹੈ। ਨਿਰਭਉ, ਡਰ ਤੋਂ ਰਹਿਤ ਹੈ। ਨਿਰਵੈਰ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਅਕਾਲ ਤੋਂ ਰਹਿਤ ਹਸਤੀ ਹੈ। ਤਿੰਨਾਂ ਕਾਲਾਂ ਤੋਂ ਤ੍ਰੈ ਕਾਲ ਅਬਦ ਸਰੂਪ ਹੈ। ਅਜੂਨੀ ਜੂਨਾਂ ਤੋਂ ਰਹਿਤ ਹੈ। ਸਹਿਭੰਗ ਸੁਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਮਹਾਂਮੰਤਰ ਉਚਾਰਨ ਕਰਕੇ ਤਕਰੀਬਨ ਜਿਤਨੇ ਵੀ ਰਾਗ ਹਨ, ਮਹਾਂਮੰਤਰ ਸਤਿਗੁਰਾਂ ਨੇ ਦਰਜ ਕਰਕੇ ਉਪਰੰਤ ਰਾਗ ਦਾ ਸਿਰਲੇਖ ਆਰੰਭ ਕੀਤਾ। ਅਤੇ ਸਿਰਲੇਖ ਵਿੱਚ ਰਾਗ ਦੇਵ ਗੰਧਾਰੀ ਦੋ ਤਰ੍ਹਾਂ ਕਰਕੇ ਸਿਰਲੇਖ ਆਉਂਦਾ ਹੈ, ਦੇਵ ਗੰਧਾਰ ਅਤੇ ਦੇਵ ਗੰਧਾਰੀ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6ਵੇਂ ਨੰਬਰ 'ਤੇ ਦਰਜ ਕੀਤਾ ਹੈ ਇਸ ਰਾਗ ਨੂੰ। ਜਿਵੇਂ ਪਹਿਲੇ ਨੰਬਰ 'ਤੇ ਹੈ ਸ੍ਰੀ ਰਾਗ, ਦੂਸਰਾ ਹੈ ਮਾਝ ਰਾਗ, ਤੀਸਰਾ ਗੌੜੀ ਰਾਗ ਹੈ ਅਤੇ ਚੌਥਾ ਆਸਾ ਰਾਗ ਹੈ, ਪੰਜਵਾਂ ਗੂਜਰੀ ਰਾਗ, ਇਹ 6ਵਾਂ ਰਾਗ ਹੈ ਦੇਵ ਗੰਧਾਰੀ। ਇਸ ਰਾਗ ਦੇ ਅੰਦਰ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਮਹਾਰਾਜ ਦੀ ਕੇਵਲ ਬਾਣੀ ਹੈ। ਦੂਸਰੇ ਗੁਰੂ ਸਾਹਿਬਾਨਾਂ, ਭਗਤਾਂ, ਪੱਟਾਂ, ਗੁਰਸਿੱਖਾਂ ਦੀ ਕਿਸੇ ਵੀ ਮਹਾਂਪੁਰਖ ਦੀ ਬਾਣੀ ਦੇਵ ਗੰਧਾਰੀ ਰਾਗ ਵਿੱਚ ਨਹੀਂ ਹੈ। ਅਤੇ 3 ਗੁਰੂ ਸਾਹਿਬਾਨਾਂ ਦੀ ਹੀ ਕੇਵਲ ਬਾਣੀ ਇਸ ਰਾਗ ਦੇ ਵਿੱਚ ਆਵੇਗੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਸ ਰਾਗ ਦੀ ਆਰੰਭਤਾ ਕਰਦੇ ਹਨ, ਉਪਦੇਸ਼ ਦਿੰਦੇ ਹਨ ਜੀ। ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਕਿਸੇ ਜਗਿਆਸੂ ਨੇ ਪੁੱਛਿਆ, ਮਹਾਰਾਜ ਸੇਵਕ ਕੌਣ ਹੁੰਦਾ? ਕੌਣ ਹੈ ਜੋ ਸੇਵਕ ਬਣਦਾ ਹੈ ਪਰਮਾਤਮਾ ਦਾ? ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸੇਵਕ ਜਨ ਬਣੇ ਠਾਕੁਰ ਲਿਵ ਲਾਗੇ। ਜਿਨ੍ਹਾਂ ਨੂੰ ਮਾਲਕ ਦੇ ਨਾਲ ਲਿਵ ਲੱਗ ਜਾਏ, ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਵਿੱਚ ਜੁੜ ਜਾਏ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਬਣਦੇ ਨੇ। ਉਹਨਾਂ ਨੂੰ ਸੇਵਕ ਕਿਹਾ ਜਾਂਦਾ। ਨਹੀਂ ਤਾਂ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜੇ ਆਪਣੇ ਆਦਰ ਮਾਣ ਦੇ ਵਿੱਚ, ਨਰਾਦਰ ਦੇ ਵਿੱਚ ਫਸੇ ਹੋਏ ਨੇ, ਵੀ ਆਪਣੇ ਉਹਨਾਂ ਨੂੰ ਗੁਣਾਂ ਦਾ ਹੰਕਾਰ ਹੈ ਕਿ ਸਾਡੇ ਵਿੱਚ ਗੁਣ ਬੜੇ ਨੇ, ਆਪਣੇ ਗੁਣਾਂ ਦਾ ਹੰਕਾਰ ਕਰਨ ਵਾਲੇ, ਕਿ ਸਾਨੂੰ ਕੋਈ ਟੋਕੇ ਨਾ, ਇਸ ਤਰ੍ਹਾਂ ਦੇ ਜਿਹੜੇ ਹਨ, ਜਿਨ੍ਹਾਂ ਨੂੰ ਆਪਣੇ ਨਰਾਦਰ ਦਾ ਹੀ ਫਿਕਰ ਹੁੰਦਾ ਵੀ ਸਾਡਾ ਕਿਤੇ ਨਰਾਦਰ ਨਾ ਹੋ ਜਾਏ, ਸਾਡੇ ਵਿੱਚ ਤਾਂ ਗੁਣ ਬੜੇ ਨੇ, ਆਪਣਾ ਸਤਿਕਾਰ ਹੀ ਚਾਹੁੰਦੇ ਨੇ ਕੇਵਲ ਤੇ ਕੇਵਲ, ਨਰਾਦਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਐਸੇ ਜਿਹੜੇ ਸਤਿਕਾਰ ਅਤੇ ਨਰਾਦਰ ਦੇ ਵਿੱਚ ਲੱਗੇ ਹੋਏ ਹਨ, ਅਤੇ ਮਹਾਰਾਜ ਕਹਿੰਦੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਉਹਨਾਂ ਨੂੰ ਪਰਮੇਸ਼ਰ ਦੇ ਸੇਵਕ ਨਹੀਂ ਕਿਹਾ ਜਾ ਸਕਦਾ। ਤਤ ਸਮਦਰਸੀ ਸੰਤ ਹੋ, ਜਿਹੜੇ ਐਸੇ ਹਨ ਜਿਨ੍ਹਾਂ ਦੇ ਬਿਰਤੀ ਸਮਤਾ ਤਲ ਦੇ ਵਿੱਚ ਹੁੰਦੀ ਹੈ, ਭਾਵੇਂ ਮਾਣ ਹੋਵੇ, ਸਤਿਕਾਰ ਹੋਵੇ, ਭਾਵੇਂ ਨਿਰਾਦਰ ਹੋਵੇ। ਜੇ ਨਿਰਾਦਰ ਹੋ ਰਿਹਾ ਤੇ ਕਿਸੇ ਪ੍ਰਕਾਰ ਦੀ ਕੋਈ ਉਦਾਸੀ ਨਹੀਂ, ਅਤੇ ਜੇ ਸਤਿਕਾਰ ਹੋ ਰਿਹਾ ਤੇ ਕਿਸੇ ਤਰ੍ਹਾਂ ਦੀ ਖੁਸ਼ੀ ਨਹੀਂ ਬਹੁਤੀ। ਮਾਣ ਅਭਿਮਾਨ ਦੋਹੂ ਤੇ ਮੁਕਤੇ, ਮਾਣ ਤੋਂ ਵੀ ਅਤੇ ਅਭਿਮਾਨ ਤੋਂ ਵੀ, ਦੋਹਾਂ ਤੋਂ ਹੀ, ਆਦਰ ਅਤੇ ਨਿਰਾਦਰ ਤੋਂ, ਦੋਹਾਂ ਤੋਂ ਹੀ ਜਿਹੜੇ ਨਿਰਲੇਪ ਹਨ। ਜੇ ਕੋਈ ਵਡਿਆਈ ਕਰ ਰਿਹਾ ਤੇ ਖੁਸ਼ ਨਹੀਂ ਹੁੰਦੇ, ਜੇ ਕੋਈ ਨਿੰਦਿਆ ਕਰ ਰਿਹਾ ਤੇ ਉਦਾਸ ਨਹੀਂ ਹੁੰਦੇ ਹਨ, ਨਿਰਲੇਪ ਰਹਿੰਦੇ ਨੇ ਇਹਨਾਂ ਚੀਜ਼ਾਂ ਤੋਂ। ਐਸੇ ਜਿਹੜੇ ਸੇਵਕ ਹਨ ਉਹ ਪਰਮੇਸ਼ਰ ਨੂੰ ਪਾ ਜਾਂਦੇ ਨੇ। ਜਿਨ੍ਹਾਂ ਨੂੰ ਆਪਣੇ ਆਦਰ ਨਿਰਾਦਰ ਦੇ ਵਿੱਚ ਹੀ ਲੱਗੀ ਹੋਈ ਹੈ ਬਿਰਤੀ, ਉਹ ਪਰਮੇਸ਼ਰ ਦੇ ਸੇਵਕ ਨਹੀਂ ਅਖਵਾ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਵਿੱਚ ਲੱਗੀ ਹੈ ਭਾਈ, ਉਹ ਸੇਵਕ ਬਣੇ ਹਨ। ਜੋ ਤੁਮਰਾ ਜਸ ਕਹਤੇ ਗੁਰਮਤਿ, ਤਿਨ ਮੁਖ ਭਾਗ ਸੁਭਾਗੇ। ਜਿਨ੍ਹਾਂ ਨੇ ਪਰਮੇਸ਼ਰ ਆਪ ਜੀ ਦੇ ਜਸ ਨੂੰ ਮੁੱਖ ਤੋਂ ਕੀਤਾ ਹੈ, ਗੁਰੂ ਦੀ ਸਿੱਖਿਆ ਨਾਲ,
ਗੁਰੂ ਦੀ ਸਿੱਖਿਆ ਲੈ ਕੇ ਤੇਰਾ ਜਸ ਕੀਤਾ ਹੈ ਆਪਣੇ ਮੁਖ ਤੋਂ, ਤੇ ਉਹਨਾਂ ਦੇ ਵੱਡੇ ਭਾਗ ਨੇ, ਸ੍ਰੇਸ਼ਟ ਭਾਗਾਂ ਵਾਲੇ ਹਨ। ਉਹਨਾਂ ਦੇ ਮੁਖ ਤੋਂ ਹੀ ਦਿਸਦਾ ਹੈ ਕਿ ਵੱਡੇ ਭਾਗਾਂ ਵਾਲੇ ਨੇ। ਜਿਹੜੇ ਵੀ ਭਾਈ ਪਰਮੇਸ਼ਰ ਅਕਾਲ ਪੁਰਖ ਦੀ ਕੀਰਤੀ ਕਰਦੇ ਨੇ, ਵਡਿਆਈ ਮਹਿਮਾ ਕਰਦੇ ਨੇ, ਉਹਨਾਂ ਦਾ ਮੁਖ ਹੀ ਦੱਸ ਦਿੰਦਾ ਹੈ। ਉਹਨਾਂ ਦੇ ਚਿਹਰੇ ਤੋਂ ਹੀ ਵੱਡੇ ਭਾਗਾਂ ਦੀ ਦ੍ਰਿਸ਼ਟੀ ਆ ਜਾਂਦੀ ਹੈ, ਪ੍ਰਗਟ ਹੋ ਜਾਂਦੇ ਨੇ ਉਹਨਾਂ ਦੇ ਭਾਗ। ਮੁਖ ਦੇ ਉੱਪਰ ਐਸੀ ਲਾਲੀ ਹੁੰਦੀ ਹੈ, ਚਿਹਰੇ ਦੇ ਉੱਪਰ ਐਸਾ ਆਨੰਦ ਹੁੰਦਾ ਹੈ ਪਰਮੇਸ਼ਰ ਦੇ ਪਿਆਰਿਆਂ ਦਾ। ਉਹ ਮੁਖ ਤੋਂ ਹੀ ਵੱਡਿਆਂ ਭਾਗਾਂ ਵਾਲੇ ਹੁੰਦੇ ਹਨ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਜਸ ਕੀਤਾ ਹੈ। ਰਹਾਉ ਟੂਟੇ ਮਾਇਆ ਕੇ ਬੰਧਨ, ਫਾਹੇ ਹਰ ਨਾਮ ਨਾਮ ਲਿਵ ਲਾਗੇ। ਟੂਟੇ ਮਾਇਆ ਕੇ ਬੰਧਨ ਫਾਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਜਿਹੜੇ ਸੇਵਕ ਹਨ ਪਰਮੇਸ਼ਰ ਦਾ ਜਸ ਕਰਨ ਵਾਲੇ, ਉਸ ਦੀ ਉਸਤਤ ਕਰਨ ਵਾਲੇ, ਜਿਨ੍ਹਾਂ ਦੀ ਲਿਵ ਪਰਮੇਸ਼ਰ ਦੇ ਚਰਨਾਂ ਵਿੱਚ ਲੱਗੀ ਹੈ, ਬਿਰਤੀ ਕਰਕੇ ਲੱਗੇ ਹੋਏ ਹਨ, ਉਹਨਾਂ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ। ਮਾਇਆ ਦੇ ਬੰਧਨ ਫਾਹੇ ਹਨ, ਜਿਹੜੇ ਜੰਜਾਲ ਹਨ ਅਨੇਕਾਂ ਤਰ੍ਹਾਂ ਦੇ ਮਾਇਕੀ, ਉਹ ਪਰਮੇਸ਼ਰ ਵੱਲੋਂ ਤੋੜ ਦਿੱਤੇ ਜਾਂਦੇ ਨੇ। ਹਰ ਰਾਮ ਨਾਮ ਲਿਵ ਲਾਗੇ। ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਲੱਗੀ ਹੈ। ਹਮਰਾ ਮਨ ਮੋਇਓ ਗੁਰ ਮੋਹਨ, ਹਮ ਬਿਖਮ ਭਈ ਮੁਖ ਲਾਗੇ। ਸਾਡਾ ਮਨ ਉਸ ਮੋਹਨ ਪ੍ਰਮਾਤਮਾ ਨੇ ਮੋਹ ਲਿਆ ਹੈ। ਉਹ ਮਨ ਨੂੰ ਮੋਹ ਲੈਣ ਵਾਲਾ ਹੈ ਭਾਈ। ਹਮ ਬਿਸਮ ਭਈ ਮੁਖ ਲਾਗੇ। ਜਦੋਂ ਦੇ ਸਾਨੂੰ ਦਰਸ਼ਨ ਹੋਏ ਨੇ, ਸਾਨੂੰ ਨਾਮ ਦੀ ਪ੍ਰਾਪਤੀ ਹੋਈ ਹੈ ਮੁਖ ਤੋਂ, ਤੇ ਉਸ ਸਮੇਂ ਦੇ ਅਸੀਂ ਬਿਸਮ ਅਸਚਰਜ ਹੋ ਗਏ ਆ, ਅਸਚਰਜਤਾ ਦੇ ਵਿੱਚ ਚਲੇ ਗਏ ਆ। ਐਸੀ ਹੈਰਾਨੀ ਹੁੰਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ, ਉਸ ਦੇ ਸੁੰਦਰ ਸਰੂਪ ਨੂੰ ਦੇਖ ਕੇ ਅਸੀਂ ਮੋਹਿਤ ਹੋ ਗਏ ਹਾਂ। ਉਸ ਦੇ ਨਾਲ ਸਾਡੀ ਬਿਰਤੀ ਲੱਗ ਗਈ ਹੈ, ਅਸੀਂ ਬਿਸਮ ਹੋ ਗਏ ਹਾਂ। ਸਗਲੀ ਰੈਣ ਸੋਈ ਅੰਧਿਆਰੀ, ਗੁਰ ਕੰਚਿਤ ਕਿਰਪਾ ਜਾਗੇ। ਸਾਰੀ ਜਿਹੜੀ ਜ਼ਿੰਦਗੀ ਦੀ ਰੈਣ ਰਾਤ ਹੈ, ਅਗਿਆਨਤਾ ਦੇ ਵਿੱਚ ਹੀ ਮਹਾਰਾਜ ਕਹਿੰਦੇ ਬਤੀਤ ਹੁੰਦੀ ਜਾ ਰਹੀ ਸੀ। ਪਿਛਲਾ ਜਿਹੜਾ ਸਮਾਂ ਨਾ ਅਵਿਦਿਆ ਦੀ ਰਾਤ ਵਿੱਚ, ਹਨੇਰੇ ਵਿੱਚ ਹੀ ਬਤੀਤ ਹੋ ਗਿਆ। ਅਵਿਦਿਆ ਦੀ ਨੀਂਦ ਵਿੱਚ ਸੌਂ ਰਹੇ ਸਾਂ ਆਪਣੀ ਜ਼ਿੰਦਗੀ ਦੇ ਵਿੱਚ। ਐਸਾ ਹਨੇਰਾ ਚੜਿਆ ਹੋਇਆ ਸੀ ਕਿ ਸੌਂ ਰਹੇ ਸਾਂ ਅਗਿਆਨਤਾ ਦੀ ਨੀਂਦ ਵਿੱਚ। ਗੁਰ ਕਿੰਚਤ ਕਿਰਪਾ ਜਾਗੇ। ਗੁਰੂ ਨੇ ਕਿੰਚਤ ਕਿਰਪਾ ਕੀਤੀ ਤੇ ਜਾਗ ਗਏ। ਜਾਗਰਿਤ ਅਵਸਥਾ ਦੀ ਪ੍ਰਾਪਤੀ ਹੋਈ। ਹੁਣ ਅਵਿਦਿਆ ਤੇ ਅਗਿਆਨਤਾ ਦੀ ਨੀਂਦ ਨਹੀਂ ਆਉਂਦੀ ਹੈ। ਅਗਿਆਨਤਾ ਦਾ ਹਨੇਰਾ ਨੇੜੇ ਨਹੀਂ ਆਉਂਦਾ ਹੈ, ਕਿਉਂਕਿ ਹੁਣ ਗੁਰੂ ਦੀ ਕਿਰਪਾ ਨਾਲ ਜਾਗ ਗਏ ਹਾਂ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਹ ਤੁਮ ਸਰ ਅਵਰ ਨਾ ਲਾਗੇ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ। ਹੇ ਪ੍ਰਭੂ, ਤੁਸੀਂ ਸਾਡੇ ਦਾਸਾਂ ਦੇ ਸੁੰਦਰ ਮਾਲਕ ਹੋ, ਸਾਡੇ ਸੁਆਮੀ ਹੋ। ਮੋਹੇ ਤੁਮ ਸਾਰੇ ਅਵਰ ਨ ਲਾਗੇ। ਤੁਹਾਡੇ ਬਰਾਬਰ ਸਾਨੂੰ ਕੋਈ ਹੁਣ ਲੱਗ ਨਹੀਂ ਆਉਂਦਾ, ਦਿਸਦਾ ਨਹੀਂ ਹੈ। ਤੁਹਾਡੇ ਸੁਦਰਸ਼ ਹੋਰ ਕੋਈ ਵੀ ਨਹੀਂ ਹੈ। ਤੁਹਾਡੀ ਬਰਾਬਰਤਾ ਕਰਨ ਵਾਲਾ ਸਾਡੀ ਨਜ਼ਰ ਵਿੱਚ ਹੋਰ ਕੋਈ ਨਹੀਂ ਆ ਰਿਹਾ। ਜੇ ਕਿਸੇ ਦੇ ਨਾਲ ਤੁਹਾਡੀ ਉਪਮਾ ਕਰਨੀ ਚਾਹੀਏ ਤੇ ਨਹੀਂ ਕੀਤੀ ਜਾ ਸਕਦੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿਹੜੀ ਉਪਮਾ ਦੇਈਏ, ਕਿਹੜੀ ਉਪਮਾ ਕਰੀਏ ਪਰਮੇਸ਼ਰ ਅਕਾਲ ਪੁਰਖ ਜੀ, ਜਦੋਂ ਤੁਹਾਡੇ ਸੁਦਰਸ਼ੀ ਕੋਈ ਨਹੀਂ ਹੈ, ਤੁਹਾਡੇ ਬਰਾਬਰ ਹੈ ਹੀ ਕੋਈ ਨਹੀਂ ਹੈ। ਜੇ ਸੂਰਜ ਦੇ ਨਾਲ ਤੁਹਾਡੀ ਉਪਮਾ ਕਰੀਏ, ਸੂਰਜ ਤਾਂ ਛਿਪ ਜਾਂਦਾ ਹੈ, ਅਲੋਪ ਹੋ ਜਾਂਦਾ ਹੈ। ਤੇ ਇਸ ਕਰਕੇ ਪਰਮੇਸ਼ਰ ਤੂੰ ਕਦੇ ਅਲੋਪ ਹੋਣ ਵਾਲਾ ਨਹੀਂ ਹੈ। ਨਾਲੇ ਸੂਰਜ ਤੋਂ ਤਾਂ ਕਈ ਤਰ੍ਹਾਂ ਦੇ ਦੁੱਖ ਵੀ ਮਹਿਸੂਸ ਹੁੰਦੇ ਨੇ। ਜਦੋਂ ਤੇਜ਼ ਧੁੱਪ ਲੱਗਦੀ ਹੈ ਨਾ, ਕਈਆਂ ਨੂੰ ਪੀੜਾ ਲੱਗਦੀ ਹੈ, ਦੁੱਖ ਲੱਗਦਾ ਹੈ। ਤੇ ਪਰਮੇਸ਼ਰ ਅਕਾਲ ਪੁਰਖ ਜੀ, ਆਪ ਜੀ ਤਾਂ ਸਾਰਿਆਂ ਦੇ ਉੱਪਰ ਦਇਆ ਕਰਨ ਵਾਲੇ ਹੋ।
ਤੇ ਜੇ ਪਾਣੀ ਨਾਲ ਤੁਹਾਡੀ ਉਪਮਾ ਕਰੀਏ, ਪਾਣੀ ਤਾਂ ਕਦੇ ਗਰਮ ਹੋ ਜਾਂਦਾ, ਕਦੇ ਠੰਡਾ ਹੋ ਜਾਂਦਾ ਹੈ। ਜਿਹੋ ਜਿਹਾ ਕੋਈ ਇਹਨੂੰ ਮਿਲਦਾ ਉਹਦੇ ਵਰਗਾ ਹੀ ਬਣ ਜਾਂਦਾ, ਪਰ ਤੁਹਾਡਾ ਐਸਾ ਸੁਭਾਅ ਨਹੀਂ ਹੈ। ਜੇ ਤੁਹਾਡੀ ਹਵਾ ਦੇ ਨਾਲ ਤੁਲਨਾ ਕਰਨੀ ਚਾਹੀਏ, ਹਵਾ ਦਾ ਵੀ ਐਸਾ ਹੀ ਸਰੂਪ ਹੈ। ਜੇ ਗਰਮੀ ਹੈ ਤੇ ਤਤੀ ਹਵਾ ਹੈ, ਠੰਡਾ ਮੌਸਮ ਹੋਵੇ ਤੇ ਠੰਡੀ ਹਵਾ ਚੱਲ ਪੈਂਦੀ ਹੈ। ਜੇ ਗੰਦਗੀ ਵਾਲੇ ਥਾਂ ਤੋਂ ਹਵਾ ਆਉਂਦੀ ਹੈ ਤੇ ਉੱਥੋਂ ਬਦਬੂ ਲੈ ਕੇ ਆ ਜਾਂਦੀ ਹੈ। ਜੇ ਸੁਗੰਧੀ ਵਾਲੇ ਥਾਂ ਤੋਂ ਆਉਂਦੀ ਉੱਥੋਂ ਖੁਸ਼ਬੂਆਂ ਲੈ ਆਉਂਦੀ ਹੈ। ਇਹਦਾ ਵੀ ਐਸਾ ਹੀ ਸੁਭਾਅ। ਪਰਮੇਸ਼ਰ ਆਪਣਾ ਸੁਭਾਅ ਇਹ ਸਾਰੇ ਹੀ ਜਿਹੜੇ ਤੱਤ ਬਦਲ ਲੈਂਦੇ ਹਨ, ਪਰ ਤੇਰਾ ਸੁਭਾਅ ਤਾਂ ਇੱਕ ਰਸ ਨਿਰੰਤਰ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ। ਤੇਰੀ ਉਪਮਾ ਕਿਸੇ ਦੇ ਨਾਲ ਨਹੀਂ ਕਹੀ ਜਾ ਸਕਦੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਅਸੀਂ ਕੋਈ ਉਪਮਾ ਨਹੀਂ ਕਰ ਸਕਦੇ, ਕਿਸੇ ਤਰ੍ਹਾਂ ਦਾ ਅਨੁਮਾਨ ਅੰਦਾਜ਼ਾ ਵੀ ਨਹੀਂ ਲਾ ਸਕਦੇ ਹਾਂ, ਕਿਉਂਕਿ ਤੁਹਾਡੇ ਸੁਦਰਸ਼, ਤੁਹਾਡੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਦੇਵ ਗੰਧਾਰੀ ਮੇਰੂ ਸੁੰਦਰ ਕਹੋ ਮਿਲੈ ਕਿਤ ਗਲੀ। ਜਗਿਆਸੂ ਪੁੱਛਦੇ ਹਨ ਮਹਾਤਮਾ ਜਨਾਂ ਨੂੰ, ਆਪਸੀ ਸੰਵਾਦ ਹੁੰਦਾ ਹੈ। ਬੇਨਤੀ ਕੀਤੀ ਜਗਿਆਸੂ ਨੇ। ਜਗਿਆਸੂ ਦਾ ਭਾਵ ਹੁੰਦਾ ਜਿਹਦੇ ਮਨ ਵਿੱਚ ਜੁੜਨ ਦੀ ਆਸਾ ਹੈ, ਮਨ ਵਿੱਚ ਇੱਛਾ ਹੈ ਕਿ ਮੈਂ ਪਰਮੇਸ਼ਰ ਦੇ ਨਾਲ ਜੁੜਾਂ। ਹਜੇ ਉਹਨੇ ਇਸ ਮਾਰਗ 'ਤੇ ਪੈਰ ਪਾਇਆ, ਚੱਲਣਾ ਸ਼ੁਰੂ ਕੀਤਾ। ਉਹ ਮਹਾਤਮਾ ਨੂੰ ਜਾ ਕੇ ਪੁੱਛਦਾ ਕਿ ਮਹਾਤਮਾ ਜੀ ਮੈਨੂੰ ਦੱਸੋ ਕਿ ਉਹ ਪਿਆਰਾ ਸੁੰਦਰ ਪਰਮਾਤਮਾ ਅਕਾਲ ਪੁਰਖ ਕਿਹੜੀ ਗਲੀ ਮਿਲਦਾ, ਕਿਹੜੇ ਰਸਤੇ 'ਤੇ ਮਿਲਦਾ, ਕਿਹੜਾ ਮਾਰਗ ਹੈ, ਉਹ ਸਾਨੂੰ ਦੱਸਣਾ ਕਰੋ। ਹਰ ਕੇ ਸੰਤ ਬਤਾਵਹ ਮਾਰਗ ਹਮ ਪੀਛੈ ਲਾਗ ਚਲੀ। ਹਰ ਕੇ ਸੰਤ ਬਤਾਵਹ ਮਾਰਗ, ਇੱਥੇ ਹੁਣ ਸੰਤ ਸ਼ਬਦ ਆਇਆ। ਮਹਾਤਮਾ ਨੂੰ ਜਗਿਆਸੂ ਪੁੱਛਦਾ ਕਿ ਹਰੀ ਦੇ ਸੰਤ, ਪਰਮਾਤਮਾ ਦੇ ਸੇਵਕ, ਹੇ ਸੰਤ ਜਨੋ ਬਤਾਵੋ ਮਾਰਗ, ਸਾਨੂੰ ਮਾਰਗ ਰਸਤਾ ਬਤਾਓ, ਦੱਸੋ, ਜਿਸ ਕਰਕੇ ਅਸੀਂ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ, ਉਸ ਨੂੰ ਮਿਲ ਲਈਏ। ਹਮ ਪਿੱਛੇ ਲਾਗ ਚੱਲੀ, ਸਾਨੂੰ ਤੁਸੀਂ ਮਾਰਗ ਦੱਸੋ, ਅਸੀਂ ਤੁਹਾਡੇ ਮਗਰ ਲੱਗ ਕੇ ਚੱਲਾਂਗੇ। ਤੁਹਾਡੇ ਰਸਤੇ ਦੱਸੇ ਹੋਏ ਦੇ ਅਸੀਂ ਮਗਰ ਮਗਰ ਲੱਗ ਤੁਰਾਂਗੇ ਤੁਹਾਡੇ। ਕਿਰਪਾ ਕਰਕੇ ਸਾਨੂੰ ਵੀ ਇਸ ਮਾਰਗ 'ਤੇ ਲੈ ਚੱਲੋ ਜਿਸ ਮਾਰਗ 'ਤੇ ਤੁਸੀਂ ਤੁਰੇ ਹੋਏ ਹੋ। ਜਿਸ ਪ੍ਰਕਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੀ ਬਚਨ ਆਉਂਦੇ ਹਨ, ਕੋਈ ਜਨ ਹਰਿ ਦੇਵੈ ਜੋਰ। ਕੋਈ ਹੋਵੇ ਪਰਮੇਸ਼ਰ ਦਾ ਪਿਆਰਾ, ਸਾਨੂੰ ਅਕਾਲ ਪੁਰਖ ਦੇ ਨਾਲ ਜੋੜ ਦੇਵੇ। ਭੇਟਾ ਕੀ ਦੇਣੀ ਹੈ, ਕਹਿੰਦੇ ਚਰਨ ਗਹੁ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਆਪਣੇ ਚਰਨਾਂ, ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ, ਆਪਣੇ ਪ੍ਰਾਣਾਂ ਦੀ ਭੇਟਾ ਦੇ ਦਈਏ, ਆਪਣਾ ਸਭ ਕੁਝ ਹੀ ਉਹਨਾਂ ਤੋਂ ਵਾਰ ਦਈਏ। ਮਹਾਰਾਜ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਜਿਹੜੇ ਮਿਲਾਉਂਦੇ ਹਨ ਉਹਨਾਂ ਨੂੰ ਤਾਂ ਭੇਟਾ ਐਸੀ ਦੇਣੀ ਬਣਦੀ ਹੋਈ ਹੈ। ਜੇ ਕੋਈ ਸਾਨੂੰ ਪਰਮੇਸ਼ਰ ਦੀ ਆ ਕੇ ਗੱਲ ਵੀ ਸੁਣਾਵੇ ਨਾ, ਤੇ ਉਹਨਾਂ ਨੂੰ ਵੀ ਕੀ ਦੇਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਆਪਣਾ ਸਿਰ ਹੀ ਵੱਢ ਕੇ ਉਹਨਾਂ ਦੇ ਬੈਠਣ ਲਈ ਰੱਖ ਦਈਏ, ਬਿਨਾਂ ਸਿਰ ਤੋਂ ਉਹਨਾਂ ਦੀ ਸੇਵਾ ਕਰੀਏ। ਇੱਦਾਂ ਮਹਾਰਾਜ ਜੀ ਕਹਿੰਦੇ ਸਾਡਾ ਮਨ ਕਰਦਾ ਏ। ਐਸੀ ਉਹਨਾਂ ਨੂੰ ਭੇਟਾ ਦੇਣੀ ਚਾਹੀਦੀ ਆ, ਸਭ ਕੁਝ ਹੀ ਉਹਨਾਂ ਤੋਂ ਵਾਰ ਦੇਣਾ ਚਾਹੀਦਾ ਜੋ ਸਾਨੂੰ ਪਰਮੇਸ਼ਰ ਦੇ ਗੁਰੂ ਦੇ ਲੜ ਲਾ ਦੇਣ। ਕੋਈ ਜਨ ਹਰਿ ਦੇਵੈ ਜੋਰ, ਕੋਈ ਹੋਵੇ ਪਰਮੇਸ਼ਰ ਦਾ ਪਿਆਰਾ, ਸਾਨੂੰ ਵੀ ਉਸ ਦੇ ਨਾਲ ਜੋੜ ਦੇਵੇ। ਇੱਥੇ ਹੁਣ ਜਗਿਆਸੂ ਪੁੱਛਦੇ ਨੇ ਮਹਾਤਮਾ ਜਨਾਂ ਨੂੰ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛੇ ਲਾਗ ਚੱਲੀ। ਅਸੀਂ ਪਿੱਛੇ ਲੱਗ ਕੇ ਤੁਰ ਪਈਏ। ਹੇ ਮਹਾਤਮਾ ਜਨੋ, ਸੰਤ ਜਨੋ, ਸਾਨੂੰ ਵੀ ਪਰਮੇਸ਼ਰ ਦੇ ਮਾਰਗ ਬਾਰੇ ਦੱਸੋ। ਰਹਾਉ ਪ੍ਰਿਯ ਕੇ ਬਚਨ ਸੁਖਾਨੇ ਹੀਰੈ, ਇਹ ਚਾਲ ਬਣੀ ਹੈ ਭਲੀ। ਹੁਣ ਮਹਾਤਮਾ ਜਨ ਦੱਸਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣ। ਉਸ ਦਾ ਰਸਤਾ ਕਿਹੜਾ ਹੈ, ਮਾਰਗ ਕਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ। ਸਾਨੂੰ ਵੀ ਇਹ ਧਾਰਨ ਕਰਨਾ ਚਾਹੀਦਾ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਕਿਹੜਾ ਰਸਤਾ ਹੈ। ਇਸ ਰਾਹ 'ਤੇ ਤੁਰ ਪਈਏ ਤੇ ਭਾਈ ਮਿਲ ਪਵਾਂਗੇ। ਪ੍ਰੇ ਕੇ ਬਚਨ ਸੁਖਾਨੇ ਹੀਰੈ, ਕਹਿੰਦੇ ਜਿਹੜੇ ਪ੍ਰੇ ਪਿਆਰੇ ਪ੍ਰਭੂ ਦੇ ਬਚਨ ਹਨ, ਧੁਰ ਕੀ ਬਾਣੀ ਹੈ, ਇਹ ਪ੍ਰਭੂ ਦੇ ਬੋਲ ਨੇ।
ਇਹ ਜਿਹੜੇ ਪਿਆਰੇ ਬੋਲ ਹਨ, ਸੁਖਾਨੇ ਹੀਅਰ ਹਿਰਦੇ ਨੂੰ ਸੁੱਖ ਦੇਣ ਵਾਲੇ, ਇਹ ਚਾਲ ਬਣੀ ਹੈ ਭਲੀ। ਇਹ ਚੰਗੀ ਚਾਲ ਹੈ ਭਾਈ। ਇਸ ਰਸਤੇ ਤੇ ਤੁਰ ਪਈਏ, ਮਿੱਠੀ ਪਿਆਰੀ ਬਾਣੀ ਨੂੰ ਗਾਈਏ, ਹਿਰਦੇ ਵਿੱਚ ਵਸਾਈਏ, ਆਪਣੇ ਜੀਵਨ ਦੇ ਵਿੱਚ ਅਪਣਾਈਏ, ਗੁਰੂ ਦੀ ਸਿੱਖਿਆ ਦੇ ਮਾਰਗ ਤੇ ਚੱਲੀਏ। ਇਹੀ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਹੈ। ਗੁਰੂ ਦੇ ਪਰਮੇਸ਼ਰ ਦੇ ਪਿਆਰੇ ਬਚਨਾਂ ਨੂੰ, ਜੋ ਹਿਰਦੇ ਨੂੰ ਸੁੱਖ ਦੇਣ ਵਾਲੇ ਹਨ, ਇਹਨਾਂ ਦੇ ਨਾਲ ਜੁੜੀਏ ਭਾਈ। ਇਹ ਅੱਛੀ ਚੰਗੀ ਭਲੀ ਚਾਲ ਹੈ। ਲਟਰੀ ਮਧੁਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁਲ ਮਿਲੀ। ਕਹਿੰਦੇ ਸਾਡੀ ਭਾਵੇਂ ਹਾਲਤ ਇਹੋ ਜਿਹੀ ਸੀ, ਲਟੋਰੀ ਲੱਕ ਤੋਂ ਕੁੱਬੀ ਹੋਈ ਸਾਂ ਮੈਂ ਜੀਵ ਇਸਤਰੀ, ਤੇ ਮਧੁਰੀ ਕੱਦ ਵੀ ਮੇਰਾ ਮਧੁਰਾ ਸੀ। ਫਿਰ ਵੀ ਉਸ ਸੁੰਦਰ ਪ੍ਰਮਾਤਮਾ ਨੂੰ ਪਸੀਜ ਕੇ ਮੈਂ ਮਿਲਣਾ ਕੀਤਾ ਹੈ। ਉਸ ਮਾਲਕ ਨੂੰ ਮੈਂ ਭਾ ਗਈ ਹਾਂ, ਮੈਂ ਜੀਵ ਇਸਤਰੀ ਚੰਗੀ ਲੱਗ ਗਈ ਹਾਂ, ਕਿਉਂਕਿ ਗੁਨਾਹ ਕਰਕੇ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇਖਦਾ ਹੈ ਪ੍ਰੇਮ, ਉਸ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਨਾ ਉਹ ਵੇਖਦਾ ਕਿ ਇਸ ਮਨੁੱਖ ਕੋਲੇ ਧਨ ਪਦਾਰਥ ਜ਼ਿਆਦੇ ਹੈ, ਜਾਂ ਕੋਈ ਸਰੀਰਕ ਸੁੰਦਰਤਾ ਜ਼ਿਆਦੇ ਹੈ, ਜਾਂ ਇਹਦੇ ਕੋਲੇ ਗੁਣ ਵਧੇਰੇ ਹਨ, ਵਿਦਵਾਨ ਬੜਾ ਹੈ। ਨਹੀਂ, ਉਸ ਨੇ ਚੀਜ਼ਾਂ ਨਹੀਂ ਵੇਖਣੀਆਂ। ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਅਕਾਲ ਪੁਰਖ ਤਾਂ ਕੇਵਲ ਭਾਈ ਪ੍ਰੇਮ ਦੇਖਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਭਾਈ ਪ੍ਰੇਮ ਕੀਤਾ ਨਾ ਪ੍ਰਮਾਤਮਾ ਦੇ ਨਾਲ, ਉਹਨਾਂ ਨੂੰ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਉਹ ਗੁਨਾਹ ਕਰਕੇ ਬਹੁਤੇ ਵਿਸ਼ਾਲ ਨਾ ਹੋਣ, ਸਰੀਰ ਕਰਕੇ ਵੀ ਭਾਵੇਂ ਬਹੁਤੇ ਸੁੰਦਰ ਨਾ ਹੋਣ, ਧਨ ਕਰਕੇ ਵੀ ਭਾਵੇਂ ਉਹ ਗਰੀਬ ਹੋਣ, ਜੇਕਰ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਪਿਆਰ ਹੈ ਨਾ, ਤੇ ਪਰਮੇਸ਼ਰ ਦੇ ਲਈ ਉਹ ਰਾਜੇ ਹਨ, ਰਾਜੇ। ਜੈਤਸਰੀ ਕੀ ਵਾਰ ਅੰਦਰ ਬਚਨ ਆਉਂਦਾ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ। ਜੈਤਸਰੀ ਕੀ ਵਾਰ ਅੰਦਰ ਸਤਿਗੁਰੂ ਜੀ ਕਹਿੰਦੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮੀਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਐਸੀ ਹਾਲਤ ਹੋਵੇ, ਭਾਵੇਂ ਬਸਤਾ ਟੂਟੀ ਝੁੰਪੜੀ, ਟੁੱਟੀ ਜਿਹੀ ਝੌਂਪੜੀ ਵਿੱਚ ਰਹਿੰਦਾ ਹੋਵੇ, ਚੰਗਾ ਘਰ-ਬਾਰ ਵੀ ਨਾ ਹੋਵੇ, ਟੁੱਟੀ ਜਿਹੀ ਝੌਂਪੜੀ ਹੋਵੇ, ਕਾਨਿਆਂ ਦੀ ਛੱਪੜੀ ਭਾਵੇਂ ਪਾਈ ਹੋਵੇ, ਤੇ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਚੀਰ ਕਹਿੰਦੇ ਨੇ ਕੱਪੜਾ, ਜਿਹੜਾ ਤਣ ਦੇ ਉੱਪਰ ਕੱਪੜਾ ਪਹਿਨਿਆ ਹੋਇਆ, ਇਹ ਵੀ ਪਾਟਾ ਪੁਰਾਣਾ ਹੋਵੇ, ਕੱਪੜੇ ਵੀ ਭਾਵੇਂ ਉਹਨੇ ਸੋਹਣੇ ਨਾ ਪਾਏ ਹੋਣ। ਤੇ ਜਾਤ ਨਾ ਪਤ ਨਾ ਆਦਰੋ, ਕੋਈ ਜਾਤ ਵੀ ਚੰਗੀ ਨਾ ਹੋਵੇ, ਇੱਜ਼ਤ ਵੀ ਨਾ ਕੋਈ ਹੋਵੇ, ਭਾਵੇਂ ਲੋਕ ਉਹਦੀ ਇੱਜ਼ਤ ਵੀ ਨਾ ਕਰਦੇ ਹੋਣ। ਇਹ ਬਚਨ ਮਹਾਰਾਜ ਸਾਹਿਬ ਜੀ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ ਚੋਲਾ ਸਾਹਿਬ ਦੀ ਧਰਤੀ ਤੇ। ਉਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜਾਂਦੇ ਨੇ, ਬੜਾ ਪਿਆਰਾ ਸਿੱਖ ਭਾਈ ਹੇਮਾ, ਉਸ ਦੀ ਟੁੱਟੀ ਹੋਈ ਝੌਂਪੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਦੋਂ ਨਿਵਾਸ ਕੀਤਾ, ਬੈਠੇ, ਉਸ ਦਾ ਪ੍ਰੇਮ ਵੇਖਿਆ, ਉਦੋਂ ਮਹਾਰਾਜ ਸਾਹਿਬ ਜੀ ਨੇ ਭਾਈ ਹੇਮੇ ਦੇ ਪ੍ਰਥਾਏ ਬਚਨ ਉਚਾਰਨ ਕੀਤੇ ਸਨ। ਟੁੱਟੇ ਹੋਏ ਝੌਂਪੜੀ ਦੇ ਵਿੱਚ, ਝੁੱਗੀ ਦੇ ਵਿੱਚ ਰਹਿ ਰਿਹਾ ਹੈ, ਪਾਟੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਹਨ, ਲੋਕ ਇੱਜ਼ਤ ਵੀ ਬਹੁਤੀ ਨਹੀਂ ਕਰਦੇ, ਕੋਈ ਚੰਗੀ ਜਾਤ ਵੀ ਨਹੀਂ ਹੈ, ਜਾਤ ਨਾ ਪਤ ਨਾ ਆਦਰੋ, ਨਾ ਕੋਈ ਆਦਰ ਮਾਣ ਕਰਦਾ ਹੈ। ਉਦਿਆਨ ਭਰਮੀਨਾ, ਉਜਾੜ ਦੇ ਵਿੱਚ ਭਰਮਣ ਵਾਂਗ ਹੈ, ਕੋਈ ਸਾਕ ਸੰਬੰਧੀ ਰਿਸ਼ਤੇਦਾਰ ਵੀ ਨਹੀਂ ਹੈ, ਕਿਉਂਕਿ ਰਿਸ਼ਤੇਦਾਰ ਸਾਕ ਸੰਬੰਧੀ ਵੀ ਉਹਨਾਂ ਸਮਾਂ ਹੀ ਹੁੰਦੇ ਜਿੰਨਾ ਚਿਰ ਧਨ ਪਦਾਰਥ ਹੁੰਦਾ। ਜਦੋਂ ਬੰਦੇ ਕੋਲੇ ਮਾਇਆ ਮੁੱਕ ਜਾਂਦੀ ਹੈ ਨਾ, ਉਦੋਂ ਸਾਰੇ ਹੀ ਸਾਥ ਛੱਡ ਜਾਂਦੇ ਨੇ। ਉਹ ਕਹਿੰਦੇ ਆਪਾਂ ਇਹਦੇ ਤੋਂ ਕੀ ਲੈਣਾ, ਸਗੋਂ ਇਹ ਆਪਣੇ ਤੋਂ ਮੰਗੇਗਾ, ਛੱਡੋ ਪਰਾਂ, ਉਹ ਵੀ ਸਾਥ ਛੱਡ ਦਿੰਦੇ ਹਨ। ਸਾਰੀਆਂ ਭਾਈ ਇਹ ਜਿੰਨੀਆਂ ਵੀ ਸੰਬੰਧਤਾਈਆਂ ਹਨ, ਇਹ ਸਾਰੀਆਂ ਮਾਇਆ ਦੀਆਂ ਹੀ ਨੇ। ਜਾਤ ਨਾ ਪਤ ਨਾ ਉਦਰਿਆ ਆਦਰੋ ਉਦਿਆਨ ਭਰਮੀਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ। ਕਹਿੰਦੇ ਕੋਈ ਸਾਕ ਸੰਬੰਧੀ ਵੀ ਨਾ ਰਵੇ, ਸੱਜਣ ਮਿੱਤਰ ਸਾਰੇ ਸਾਥ ਛੱਡ ਦੇਣ, ਐਸੀ ਹਾਲਤ ਹੋ ਜਾਵੇ ਮਨੁੱਖ ਦੀ, ਤੇ ਫਿਰ ਵੀ ਜੇ ਉਹ ਰੱਬ ਨੂੰ ਚੇਤੇ ਕਰ ਲਵੇ, ਪਰਮਾਤਮਾ ਦੇ ਨਾਲ ਜੁੜ ਜਾਵੇ, ਗੁਰੂ ਸਾਹਿਬ ਜੀ ਕਹਿੰਦੇ ਉਹ ਗਰੀਬ ਨਹੀਂ ਸਮਝਣਾ ਚਾਹੀਦਾ।
ਸਗੋਂ ਰਾਜਾ ਸਗਲੀ ਸ੍ਰੇਸ਼ਟ ਕਾ, ਹਰ ਨਾਮ ਮਨ ਭਿੰਨਾ। ਕੋਈ ਰਾਜਾ ਹੁੰਦਾ ਆਪਣੇ ਦੇਸ਼ ਦਾ, ਆਪਣੀ ਸਟੇਟ ਦਾ, ਆਪਣੇ ਸੂਬੇ ਦਾ, ਤੇ ਪਰ ਪਰਮੇਸ਼ਰ ਦਾ ਜਿਹੜਾ ਪਿਆਰਾ ਨਾ ਉਹ ਭਾਈ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਹੁੰਦਾ ਏ। ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਉਹਨੂੰ ਪ੍ਰਾਪਤ ਹੋ ਜਾਂਦਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਉੱਪਰ ਬਖਸ਼ਿਸ਼ਾਂ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਇਹ ਨਹੀਂ ਵੇਖਦੇ ਹਨ ਕਿ ਧਨ ਪਦਾਰਥ ਵਾਲਾ ਮਨੁੱਖ ਹੈ, ਇਹਦੇ ਕੋਲੇ ਚੰਗੇ ਗੁਣ ਹਨ। ਉਹਨਾਂ ਨੂੰ ਤਾਂ ਮਹਾਰਾਜ ਨੇ ਮੁਰਦੇ ਦੇ ਸਮਾਨ ਕਿਹਾ। ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਅਤਿਅੰਤ ਭਾਵੇਂ ਸੁੰਦਰ ਹੋਵੇ, ਚੰਗੀ ਕੁਲ ਹੋਵੇ, ਚੰਗਾ ਵਿਦਵਾਨ ਹੋਵੇ, ਚਤੁਰ ਚਲਾਕ ਹੋਵੇ, ਪੈਸੇ ਵਾਲਾ ਹੋਵੇ, ਸੁੰਦਰ ਹੋਵੇ, ਸਾਰੇ ਗੁਣ ਉਹਦੇ ਵਿੱਚ ਹੋਣ, ਪਰ ਜੇ ਰੱਬ ਦੀ ਪ੍ਰੀਤ ਨਹੀਂ, ਪਰਮੇਸ਼ਰ ਦਾ ਹਿਰਦੇ ਵਿੱਚ ਪ੍ਰੇਮ ਨਹੀਂ, ਤੇ ਮਹਾਰਾਜ ਜੀ ਕਹਿੰਦੇ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਉਹਨੂੰ ਮੁਰਦਾ ਹੀ ਕਹਿਣਾ ਚਾਹੀਦਾ ਹੈ। ਤੁਰਦੀ ਫਿਰਦੀ ਲਾਸ਼ ਹੁੰਦੀ ਆ ਉਹ ਬੰਦਾ ਜਿਹਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਨਹੀਂ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਕਿ ਭਾਈ ਪ੍ਰੇ ਕੇ ਬਚਨ ਸੁਖਾਨੇ ਹੀਰੈ, ਇਹ ਚਾਲ ਬਣੀ ਹੈ ਭਲੀ, ਲਟਰੀ ਮਧਰੀ ਠਾਕੁਰ ਭਾਈ। ਮੈਂ ਲੱਕ ਤੋਂ ਕੁੱਬੀ ਜੀਵ ਇਸਤਰੀ, ਤੇ ਮਧਰੀ ਛੋਟੇ ਕੱਦ ਵਾਲੀ ਉਸ ਮਾਲਕ ਨੂੰ ਭਾ ਗਈ ਹਾਂ, ਚੰਗੀ ਲੱਗ ਗਈ ਹਾਂ, ਕਿਉਂਕਿ ਉਸ ਸੁੰਦਰ ਪ੍ਰਮਾਤਮਾ ਨੂੰ ਆ ਪ੍ਰੇਮ ਦੇ ਨਾਲ ਪਸੀਜ ਲਿਆ ਹੈ, ਉਸ ਦੀ ਪ੍ਰਾਪਤੀ ਕਰ ਲਈ ਹੈ। ਇਕ ਪ੍ਰਿਯੋ ਸਖੀਆ ਸਭ ਪ੍ਰਿਯ ਕੀ, ਜੋ ਭਾਵੈ ਪਿਰਸਾ ਭਲੀ। ਏਕੋ ਪ੍ਰਿਯੋ ਸਖੀਆ ਸਭ ਪ੍ਰਿਯ ਕੀ, ਜੋ ਭਾਵੈ ਪਿਰਸਾ ਭਲੀ। ਕਹਿੰਦੇ ਏਕੋ ਪ੍ਰਿਯੋ, ਇੱਕ ਪ੍ਰਿਯੋ ਪਤੀ ਇੱਕ ਹੈ, ਸਖੀਆਂ ਸਭ ਪ੍ਰਿਯ ਕੀ। ਜਿਤਨੀਆਂ ਵੀ ਜੀਵ ਇਸਤਰੀਆਂ ਹਾਂ, ਅਸੀਂ ਸਾਰੀਆਂ ਭਾਈ ਉਸ ਪ੍ਰਮਾਤਮਾ ਦੀਆਂ ਸਖੀਆਂ ਹਾਂ, ਪਤਨੀਆਂ ਹਾਂ। ਠਾਕੁਰ ਏਕ ਸਬਾਈ ਨਾਰ। ਜਿਤਨੇ ਵੀ ਤਮਾਮ ਇਸ ਕਾਇਨਾਤ ਦੇ ਅੰਦਰ ਜੀਵ ਹਨ, ਸਾਰੇ ਹੀ ਜੀਵ ਰੂਪ ਇਸਤਰੀ ਹਨ, ਤੇ ਮਰਦ ਇੱਕ ਹੈ ਕੇਵਲ, ਉਹ ਹੈ ਪਰਮਾਤਮਾ ਅਕਾਲ ਪੁਰਖ। ਏਕੋ ਪ੍ਰਿਯੋ ਸਖੀਆਂ ਸਭ ਪ੍ਰਿਯ ਕੀ। ਅਸੀਂ ਸਾਰੀਆਂ ਜੀਵ ਇਸਤਰੀਆਂ ਉਸ ਪਰਮਾਤਮਾ ਦੀਆਂ ਸਖੀਆਂ ਹਾਂ। ਤੇ ਮਹਾਰਾਜ ਜੀ ਕਹਿੰਦੇ ਜੋ ਭਾਵ ਹੈ, ਜੋ ਵੀ ਸਖੀ ਜੀਵ ਇਸਤਰੀ ਉਸ ਪਰਮਾਤਮਾ ਨੂੰ ਭਾ ਜਾਂਦੀ ਹੈ, ਚੰਗੀ ਲੱਗ ਜਾਂਦੀ ਹੈ, ਫਿਰ ਸਾਹ ਭਲੀ, ਉਹ ਉਸ ਦੇ ਵਾਸਤੇ ਚੰਗੀ ਹੈ ਜੋ ਉਸ ਨੂੰ ਭਾ ਜਾਵੇ। ਸਾਰੀਆਂ ਹੀ ਸਖੀਆਂ ਨਹੀਂ ਚੰਗੀਆਂ ਲੱਗਦੀਆਂ ਹਨ ਉਸ ਨੂੰ, ਕੁਝ ਵਿਸ਼ੇਸ਼ ਗੁਣਾਂ ਵਾਲੀਆਂ ਜਿਹੜੀਆਂ ਸਖੀਆਂ ਹਨ ਉਸ ਪਰਮਾਤਮਾ ਨੂੰ ਭਾ ਜਾਂਦੀਆਂ ਨੇ, ਚੰਗੀਆਂ ਲੱਗ ਜਾਂਦੀਆਂ ਨੇ। ਸਾਡੀ ਵੀ ਮਹਾਰਾਜ ਕਹਿੰਦੇ ਗਿਣਤੀ ਉਹਨਾਂ ਵਿੱਚ ਆਈ ਹੈ। ਨਾਨਕ ਗਰੀਬ ਕਿਆ ਕਰੈ ਵਿਚਾਰਾ, ਹਰ ਭਾਵੈ ਤਿਤ ਰਾਹੇ ਚੱਲੀ। ਨਾਨਕ ਗਰੀਬ ਕਿਆ ਕਰੈ ਵਿਚਾਰਾ। ਮੈਂ ਗਰੀਬ ਦਾਸ ਕੀ ਕਰ ਸਕਦਾ ਸੀ। ਅਸੀਂ ਤਾਂ ਗਰੀਬ ਹਾਂ, ਪਰਮੇਸ਼ਰ ਅਕਾਲ ਪੁਰਖ ਨੂੰ ਭਾ ਗਏ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਹੁਣ ਉਸੇ ਰਾਹ ਤੇ ਤੁਰਦੇ ਹਾਂ, ਪਰਮੇਸ਼ਰ ਦੀ ਆਗਿਆ ਵਿੱਚ ਚੱਲਦੇ ਹਾਂ। ਦੇਵ ਗੰਧਾਰੀ ਮੇਰੇ ਮਨ ਮੁਖ, ਹਰ 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 ਬੋਲੀਐ। ਹੇ ਮੇਰੇ ਮਨ, ਮੁਖ ਤੋਂ ਮਨ ਬਾਣੀ ਸਰੀਰ ਕਰਕੇ ਬੋਲੀਏ, ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰੀਏ। ਗੁਰਮੁਖ ਰੰਗ ਚੁਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ। ਜਿਹੜੇ ਮੁਖੀ ਗੁਰਾਂ ਦੇ ਦੁਆਰਾ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਗੂੜੇ ਰੰਗ ਵਿੱਚ ਮਨ ਕਰਕੇ ਰੰਗੇ ਗਏ ਨੇ, ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਬੁੱਧੀ, ਜਿਨ੍ਹਾਂ ਦੀ ਮੱਤ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ, ਚਲੂਲੇ ਦਾ ਭਾਵ ਹੁੰਦਾ ਗੂੜਾ ਰੰਗ, ਜਿਨ੍ਹਾਂ ਦੀ ਮੱਤ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਗੂੜਾ ਰੰਗ ਚੜ੍ਹ ਗਿਆ ਨਾ, ਤੇ ਸਤਿਗੁਰੂ ਜੀ ਕਹਿੰਦੇ ਹਰ ਪ੍ਰੇਮ ਭੀਨੀ ਚੋਲੀ ਹੈ। ਉਹਨਾਂ ਦੀ ਦੇਹ ਰੂਪ ਚੋਲੀ, ਦੇਹ ਰੂਪ ਜਿਹੜਾ ਕੱਪੜਾ ਹੈ, ਇਹ ਵੀ ਭਾਈ ਭੀਨੀ ਭਿੱਜ ਗਿਆ ਹੈ ਪ੍ਰੇਮ ਰੰਗ ਵਿੱਚ। ਰਹਾਉ ਹਾਂ ਫਿਰੋ ਦੀਵਾਨੇ ਆਵਲ ਬਾਵਲ, ਤਿਸ ਕਾਰਨ ਹਰ ਢੋਲੀਐ। ਹੋ ਫਿਰੋ ਦੀਵਾਨੀ, ਅਸੀਂ ਵੀ ਭਟਕਦੇ ਸਾਂ, ਔਲੇ ਬੌਲੇ ਹੋਏ ਫਿਰਦੇ ਸਾਂ। ਮਹਾਰਾਜ ਜੀ ਕਹਿੰਦੇ ਮੈਂ ਜੀਵ ਇਸਤਰੀ ਵੀ ਭਰਮ ਦੇ ਵਿੱਚ ਭੁੱਲੀ ਹੋਈ ਸੀ,
ਆਵਲ ਬਾਵਲ ਔਲੀ ਬੌਲੀ ਹੋਈ ਫਿਰਦੀ ਸੀ, ਕੋਈ ਪਤਾ ਨਹੀਂ ਸੀ ਚੱਲ ਰਿਹਾ ਵੀ ਕੀ ਕਰੀਏ। ਤੇ ਤਿਸ ਕਾਰਨ ਹਰ ਢੋਲੀ ਹੈ। ਇਸ ਕਰਕੇ ਭਰਮ ਦੇ ਵਿੱਚ ਭਟਕਿਆ ਹੋਇਆਂ ਨੂੰ ਪਰਮੇਸ਼ਰ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਹੋਈ ਕਿ ਇੱਕ ਥਾਂ ਤੇ ਟਿਕ ਜਾਈਏ, ਸਥਿਤੀ ਨੂੰ ਪ੍ਰਾਪਤ ਕਰ ਲਈਏ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਕਾਰਨ ਅਸੀਂ ਖੋਜਿਆ, ਉਸ ਨੂੰ ਲੱਭਣਾ ਕੀਤਾ ਹੈ। ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ, ਹਮ ਤਿਸ ਕੀ ਗੁਲ ਗੋਲੀਐ। ਤੇ ਬੇਨਤੀਆਂ ਕੀਤੀਆਂ ਸਨ ਕਿ ਕੋਈ ਰੱਬ ਦਾ ਪਿਆਰਾ ਮਿਲ ਜਾਏ, ਪ੍ਰੀਤਮ ਦਾ ਪਿਆਰਾ ਮਿਲ ਜਾਏ, ਸਾਨੂੰ ਉਸ ਦੇ ਨਾਲ ਜੋੜ ਦੇਵੇ। ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਬਣ ਕੇ, ਉਹਨਾਂ ਦੇ ਗੁਲਾਮ ਬਣ ਕੇ ਸੇਵਾ ਕਰੀਏ। ਸਤਿਗੁਰ ਪੁਰਖ ਮਨਾਵਹੁ ਆਪਣਾ, ਹਰ ਅੰਮ੍ਰਿਤ ਪੀ ਝੋਲੀਐ। ਸੱਚੇ ਪੁਰਖ ਨੂੰ ਭਾਈ ਮਨਾਈਏ, ਯਾਦ ਕਰੀਏ, ਉਸ ਦੀ ਵਡਿਆਈ ਕਰੀਏ, ਆਪਣੇ ਸਤਿਗੁਰਾਂ ਦੀ। ਜਦੋਂ ਆਪਣੇ ਸਤਿਗੁਰਾਂ ਦੀ ਵਡਿਆਈ ਕਰੀਏ ਨਾ, ਉਸ ਦਾ ਨਾਮ ਜਪੀਏ, ਤੇ ਮਹਾਰਾਜ ਜੀ ਕਹਿੰਦੇ ਹਰ ਅੰਮ੍ਰਿਤ ਪੀ ਝੋਲੀ ਹੈ। ਸਤਿਗੁਰ ਪੁਰਖ ਮਨਾਵੋ ਆਪਣਾ। ਮੈਂ ਜੀਵ ਇਸਤਰੀ ਨੇ ਆਪਣੇ ਸੱਚੇ ਸਤਿਗੁਰਾਂ ਨੂੰ ਮਨਾਇਆ ਹੈ, ਤੇ ਅਸੀਂ ਸਾਰੀਆਂ ਜੀਵ ਇਸਤਰੀਆਂ ਸਖੀਆਂ ਮਿਲ ਕੇ ਮਨਾਈਏ। ਤੇ ਹਰ ਅੰਮ੍ਰਿਤ ਪੀ ਝੋਲੀ ਹੈ। ਝੋਲੀਏ ਦਾ ਭਾਵ ਹੁੰਦਾ ਹੈ ਝੋਲ ਕੇ, ਜਿਵੇਂ ਜਲ ਦੇ ਉੱਪਰ ਬੂਰ ਆ ਜਾਵੇ ਤੇ ਉਹਨੂੰ ਪਾਸੇ ਹਟਾ ਕੇ ਜਲ ਛਕ ਲੈਣਾ। ਤੇ ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਅੰਮ੍ਰਿਤ ਜਲ ਹੈ, ਇਸ ਦੇ ਉੱਪਰੋਂ ਵਾਸ਼ਨਾ ਰੂਪੀ ਜਿਹੜਾ ਬੂਰ ਹੈ, ਹੰਗਤਾ ਮਮਤਾ ਦਾ ਬੂਰ ਹੈ, ਇਸ ਨੂੰ ਪਾਸੇ ਹਟਾ ਕੇ ਝੋਲ ਕੇ ਨਾਮ ਰਸ ਨੂੰ ਭਾਈ ਪੀਵੀਏ। ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਦਾ ਦੇਹ ਟੋਲੀਐ। ਗੁਰੂ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ ਅਸੀਂ ਪ੍ਰਾਪਤ ਕੀਤਾ ਹੈ। ਕਿੱਥੋਂ ਪ੍ਰਾਪਤ ਕੀਤਾ? ਮਹਾਰਾਜ ਕਿਵੇਂ ਪ੍ਰਾਪਤੀ ਹੋਈ ਹੈ? ਮਹਾਰਾਜ ਕਹਿੰਦੇ ਹਰ ਲਾਦਾ ਦੇਹ ਟੋਲੀ ਹੈ। ਲਾਦਾ ਲੱਭ ਲਿਆ ਹੈ ਖੋਜ ਕਰਕੇ। ਕਿੱਥੋਂ ਖੋਜ ਕੀਤੀ? ਦੇਹ ਵਿੱਚੋਂ। ਜਿਹੜੀ ਸਾਡੀ ਦੇਹੀ ਹੈ ਨਾ ਸਾਧ ਸੰਗਤ ਜੀ, ਸਰੀਰ ਹੈ, ਰੱਬ ਇਹਦੇ ਵਿੱਚ ਹੀ ਹੈ। ਇੱਥੋਂ ਹੀ ਪ੍ਰਗਟ ਕਰਨਾ ਹੈ, ਇੱਥੋਂ ਹੀ ਉਸ ਦੀ ਪ੍ਰਾਪਤੀ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਹਰ ਰੋਜ਼ ਆਪਣੇ ਹਿਰਦੇ ਨੂੰ ਖੋਜ, ਆਪਣੇ ਦਿਲ ਨੂੰ ਖੋਜ। ਇੱਥੋਂ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਤੈਨੂੰ ਸਦੀਵ ਕਾਲ ਦੇ ਲਈ ਸੁੱਖ ਵੀ ਇੱਥੋਂ ਹੀ ਪ੍ਰਾਪਤ ਹੋਣੇ ਹਨ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਦੇ ਵਿੱਚ ਹੈ ਸਭ ਕੁਝ ਸਾਡੇ ਪਿੰਡੇ ਸਰੀਰ ਵਿੱਚ ਹੈ, ਦੇਹੀ ਦੇ ਵਿੱਚ ਸਭ ਕੁਝ ਪ੍ਰਮਾਤਮਾ ਨੇ ਪਾਇਆ। ਤੇ ਭਾਈ ਇਹ ਪਾਪਾਂ ਦੀ ਮੈਲ, ਵਿਸ਼ਿਆਂ ਵਕਾਰਾਂ ਦੀ ਜਿਹੜੀ ਮੈਲ ਹੈ ਨਾ, ਇਹਦਾ ਪਰਦਾ ਪਿਆ ਹੋਇਆ ਹੈ, ਜਿਸ ਕਰਕੇ ਜੀਵ ਪਰਮਾਤਮਾ ਦੇ ਨੇੜੇ ਹੁੰਦਾ ਹੋਇਆ ਵੀ ਦੂਰ ਪ੍ਰਤੀਤ ਕਰ ਰਿਹਾ ਹੈ। ਆਪਣੇ ਆਪ ਨੂੰ ਦੂਰ ਸਮਝ ਰਿਹਾ ਵੀ ਮੈਂ ਬੜੀ ਦੂਰ ਹਾਂ, ਰੱਬ ਦੀ ਪ੍ਰਾਪਤੀ ਦਾ ਬੜੀ ਦੂਰ ਹੈ। ਵਿੱਚ ਕੇਵਲ ਜਿਵੇਂ ਕਹਿੰਦੇ ਕੰਧੋਂ ਪਾਰ ਵਿਦੇਸ਼। ਕੰਧੋਂ ਪਾਰ ਤਾਂ ਐਂ ਲੱਗਦਾ ਵੀ ਜਿਵੇਂ ਵਿਦੇਸ਼ ਹੁੰਦਾ, ਪਰ ਨਹੀਂ। ਜੇਕਰ ਇਸ ਕੰਧ ਨੂੰ ਵਿੱਚੋਂ ਚੁੱਕ ਦਈਏ ਨਾ, ਪਾਪਾਂ ਦੀ, ਵਿਸ਼ਿਆਂ ਵਕਾਰਾਂ ਦੀ ਕੰਧ, ਕੂੜ ਦੀ, ਝੂਠ ਦੀ ਕੰਧ, ਫਿਰ ਪ੍ਰਮਾਤਮਾ ਦੇ ਸਾਖਿਆਤ ਦਰਸ਼ਨ ਹੁੰਦੇ ਹਨ। ਇਸ ਕੰਧ ਨੂੰ ਦੂਰ ਕਰਨ ਲਈ ਜਪਣਾ ਪਵੇਗਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਵਲ ਇਹੀ ਢੰਗ ਹੈ, ਹੋਰ ਕੋਈ ਨਹੀਂ। ਇੱਕੋ ਇੱਕ ਤਰੀਕਾ ਹੈ ਪਰਮੇਸ਼ਰ ਦੇ ਪ੍ਰਾਪਤੀ ਦਾ, ਝੂਠ ਦੀ ਕੰਧ ਨੂੰ ਤੋੜਨ ਦਾ। ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਵੀ ਜ਼ਿਕਰ ਆਉਂਦਾ ਹੈ। ਦੂਸਰੀ ਪੌੜੀ ਦੇ ਅੰਦਰ ਹੀ ਮਹਾਰਾਜ ਕਹਿੰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਪਾਲ ਦਾ ਭਾਵ ਹੁੰਦਾ ਕੰਧ। ਕਿਵ ਕੂੜੈ ਟੁੱਟੈ, ਝੂਠ ਦੀ ਕੰਧ ਕਿਵੇਂ ਟੁੱਟੇਗੀ, ਕਿਵੇਂ ਸਚਿਆਰ ਹੋ ਸਕੀਦਾ। ਤੇ ਨਾਲ ਮਹਾਰਾਜ ਜੀ ਨੇ ਉੱਤਰ ਵੀ ਦੇ ਦਿੱਤਾ, ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਹੀ ਭਾਈ ਕੰਧ ਨੂੰ ਤੋੜਨਾ ਹੈ। ਪਰਮੇਸ਼ਰ ਦਾ ਹੁਕਮ ਕੀ ਹੈ? ਸਾਨੂੰ ਜਪ ਮਨ ਸਤਿਨਾਮ, ਸਦਾ ਸਤਿਨਾਮ। ਇਹੀ ਤਾਂ ਹੁਕਮ ਹੈ, ਗੁਰੂ ਦਾ ਵੀ ਇਹੀ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ,
ਦਿਨ ਰਾਤੀ ਆਰਾਧੋ ਪਿਆਰੇ। ਇੱਕ ਨਿਮਖ ਨ ਕੀਜੈ ਢੀਲਾ, ਢਿੱਲ ਕਦੇ ਕਰੋ ਹੀ ਨਾ, ਇਹੀ ਹੁਕਮ ਹੈ। ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਪਰਮੇਸ਼ਰ ਦਾ ਇੱਕੋ ਹੀ ਹੁਕਮ ਹੈ ਭਾਈ, ਨਾਮ ਜਪਣਾ। ਗੁਰੂ ਦਾ ਇੱਕੋ ਹੀ ਹੁਕਮ ਹੈ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਣਾ। ਨਾਮ ਨੂੰ ਜਪਣਾ ਹੀ ਭਾਈ, ਇਹ ਹੁਕਮ ਮੰਨਣਾ ਹੈ। ਤੇ ਇਸ ਨਾਮ ਦੇ ਦੁਆਰਾ ਹੀ ਝੂਠ ਦੀ ਕੰਧ ਵਿੱਚੋਂ ਨਿਕਲੇਗੀ, ਟੁੱਟੇਗੀ, ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ ਜਨ ਨਾਨਕ ਪਾਇਆ, ਹਰ ਲਾਧਾ ਦੇਹ ਟੋਲੀਐ। ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਆਪਣੇ ਦੇਹ ਨੂੰ, ਸਰੀਰ ਨੂੰ ਟੋਲਿਆ ਹੈ, ਖੋਜਿਆ ਹੈ, ਤੇ ਹਰ ਲਾਧਾ ਪਰਮੇਸ਼ਰ ਸਾਨੂੰ ਲੱਭ ਗਿਆ ਹੈ। ਉਹ ਪਿਆਰਾ ਮਿੱਤਰ ਸਾਨੂੰ ਪ੍ਰਾਪਤ ਹੋ ਗਿਆ ਹੈ ਸਰੀਰ ਵਿੱਚੋਂ ਹੀ। ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ। ਅਬ ਦਾ ਭਾਵ ਹੁੰਦਾ ਹੁਣ। ਹੁਣ ਮੈਂ ਜੀਵ ਇਸਤਰੀ ਹਾਰ ਕੇ ਪ੍ਰਭੂ ਦੇ ਚਰਨਾਂ ਪਾਸ ਚੱਲ ਆਈ ਹਾਂ। ਪ੍ਰਭੂ ਦੇ ਚਰਨਾਂ ਵਿੱਚ ਆ ਗਈ ਹਾਂ, ਸ਼ਰਨ ਪ੍ਰਾਪਤ ਕਰ ਲਈ ਹੈ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਅਬ ਦਾ ਭਾਵ ਹੁੰਦਾ ਹੁਣ, ਤੇ ਜਬ ਦਾ ਭਾਵ ਹੁੰਦਾ ਜਦੋਂ। ਜਦੋਂ ਤੋਂ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ, ਮੈਂ ਜੀਵ ਇਸਤਰੀ ਨੇ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਕੀਤਾ, ਉਦੋਂ ਤੋਂ ਹੀ ਅਰਦਾਸ ਕਰਨੇ ਆ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਹੇ ਪਰਮੇਸ਼ਰ ਜੀ, ਜਿਵੇਂ ਵੀ ਤੁਹਾਨੂੰ ਪਾਉਂਦਾ ਨਾ, ਸਾਨੂੰ ਆਪਣੇ ਚਰਨਾਵੇਂ ਦੇ ਵਿੱਚ ਰੱਖੋ। ਭਾਵੇਂ ਸਾਨੂੰ ਰੱਖੋ, ਭਾਵੇਂ ਮਾਰੋ, ਸਾਨੂੰ ਇਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਹੁਣ ਕੇਵਲ ਤੁਹਾਡੀ ਸ਼ਰਨ ਪ੍ਰਾਪਤ ਕੀਤੀ ਹੈ। ਜਿਵੇਂ ਤੁਹਾਨੂੰ ਹੁਣ ਪਾਉਂਦਾ ਹੈ ਕਰੋ, ਭਾਵੇਂ ਰੱਖ ਲਵੋ, ਭਾਵੇਂ ਮਾਰ ਲਵੋ ਜੀ। ਰਹਾਉ ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ। ਜਿਹੜੀਆਂ ਲੋਕਾਂ ਦੀਆਂ ਚਤੁਰਾਈਆਂ ਹਨ ਤੇ ਜਿਹੜੀਆਂ ਉਪਮਾ ਹਨ, ਉਪਮਾ ਨੂੰ ਤੇ ਚਤੁਰਾਈਆਂ ਨੂੰ ਹੁਣ ਅਸੀਂ ਅੱਗ ਦੇ ਵਿੱਚ ਸਾੜ ਸੁੱਟਿਆ ਹੈ। ਨਾ ਅਸੀਂ ਲੋਕਾਂ ਦੀਆਂ ਚਤੁਰਾਈਆਂ ਨੂੰ ਕੁਝ ਗੌਲਦੇ ਹਾਂ, ਨਾ ਕਿਸੇ ਪ੍ਰਕਾਰ ਦੀ ਉਪਮਾ ਹੈ ਇਹਦੇ ਵਿੱਚ ਪਸੀਜਦੇ ਹਾਂ। ਲੋਕ ਐਸੇ ਵੀ ਹੁੰਦੇ ਹਨ ਸਾਧ ਸੰਗਤ ਜੀ, ਜਿਹੜੇ ਬੜੀਆਂ ਚਤੁਰਾਈਆਂ ਕਰਦੇ ਹਨ। ਚਤੁਰਾਈਆਂ ਕੈਸੀਆਂ ਕਰਦੇ ਨੇ ਕਿ ਜਿਹੜਾ ਮਨੁੱਖ ਦੇਖਿਆ ਵੀ ਹੁਣ ਗੁਰੂ ਵਾਲੇ ਪਾਸੇ ਤੁਰਦਾ ਹੈ, ਉਹਨੂੰ ਚਤੁਰਾਈਆਂ ਚਲਾਕੀਆਂ ਦੇ ਨਾਲ ਹਟਾ ਦਿੰਦੇ ਨੇ। ਲੈ ਵੀ ਹੁਣ ਇਹ ਗਿਆਨੀ ਬਣ ਗਿਆ, ਇਹ ਤਾਂ ਬਸ ਘਰ ਦੇ ਕੰਮਾਂ ਤੋਂ ਗਿਆ। ਤੇ ਜਾਂ ਜੇ ਕੋਈ ਮੱਥਾ ਟੇਕਣ ਆਉਂਦਾ ਤੇ ਉਹਨੂੰ ਕਹਿਣਗੇ ਲੈ ਇਹ ਤਾਂ ਖਾਣ ਮਾਰੇ ਜਾਂਦੇ ਨੇ, ਇਹ ਤਾਂ ਦੇਗ ਖਾਣ ਜਾਂਦੇ ਨੇ, ਇਹ ਤਾਂ ਲੰਗਰ ਛਕਣ ਜਾਂਦੇ ਨੇ, ਗੁਰਦੁਆਰੇ ਜਲੇਬੀਆਂ ਖਾਣ ਹੀ ਜਾਂਦੇ ਨੇ, ਬਈ ਇਹ ਹਟ ਜਾਏ। ਤੇ ਉਹ ਫਿਰ ਕਹਿੰਦਾ ਲੋਕ ਯਾਰ ਗੱਲਾਂ ਕਰਦੇ ਨੇ, ਹੁਣ ਨਹੀਂ ਗੁਰਦੁਆਰੇ ਜਾਇਆ ਕਰਨਾ। ਇੱਦਾਂ ਜਿਹੜੀਆਂ ਚਤੁਰਾਈਆਂ ਦੇ ਨਾਲ ਲੋਕ ਨਾ ਤਾਂ ਆਪ ਗੁਰੂ ਘਰ ਆਉਂਦੇ ਨੇ, ਨਾ ਕਿਸੇ ਨੂੰ ਜਾਣ ਦਿੰਦੇ ਨੇ, ਚੰਗਾ ਕਰਮ ਕਰਦੇ ਨਹੀਂ ਤੇ ਨਾ ਕਿਸੇ ਨੂੰ ਕਰਨ ਦਿੰਦੇ ਹਨ। ਤੇ ਕਈ ਉਪਮਾ ਕਰਦੇ ਨੇ ਆਪਣੇ ਸਵਾਰਥ ਵਾਸਤੇ, ਕਿਸੇ ਦੀ ਵਡਿਆਈ ਕਰਦੇ ਨੇ ਵੀ ਇਹਦੇ ਵਰਗਾ ਤਾਂ ਬੰਦਾ ਹੀ ਨਹੀਂ ਦੁਨੀਆ ਤੇ। ਫਿਰ ਉਹ ਬੰਦਾ ਫੁੱਲ ਜਾਂਦਾ ਵੀ ਮੇਰੀ ਵੱਡੀ ਵਡਿਆਈ ਕਰ ਰਿਹਾ ਇਹ ਬੰਦਾ। ਫਿਰ ਉਹਦੀ ਜਿਹੜੀ ਗਰਜ ਪੂਰੀ ਹੋ ਜਾਂਦੀ ਹੈ। ਬੰਦਾ ਵਡਿਆਈ ਕਰਦਾ ਹੀ ਇਸ ਵਾਸਤੇ ਆ ਸੋਭਾ ਕਿ ਇਹਦੇ ਤੋਂ ਮੇਰੀ ਜਿਹੜੀ ਗਰਜ ਪੂਰੀ ਹੁੰਦੀ ਰਹੇ, ਮੇਰਾ ਸਵਾਰਥ ਪੂਰਾ ਹੁੰਦਾ ਰਹੇ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਸਾਧ ਸੰਗਤ ਜੀ, ਉਹ ਚਤੁਰਾਈਆਂ ਤੇ ਉਪਮਾ ਤੋਂ ਰਹਿਤ ਹੁੰਦੇ ਨੇ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਕਹਿੰਦੇ ਅਸੀਂ ਤਾਂ ਬੈਸੰਤਰ ਜਿਹੜੀ ਬ੍ਰਹਮ ਅਭਿਆਸ ਦੀ ਅਗਨੀ ਇਸ ਦੇ ਵਿੱਚ ਇਹਨਾਂ ਨੂੰ ਸਾੜ ਦੇਣਾ ਕੀਤਾ ਹੈ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਿਨ ਦਿਓ ਹੈ ਢਾਰ। ਤਿੰਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮਹਾਰਾਜ ਕਹਿੰਦੇ ਭਾਵੇਂ ਕੋਈ ਭਲਾ ਕਵੇ, ਚੰਗਾ ਕਵੇ, ਭਾਵੇਂ ਕੋਈ ਬੁਰਾ ਕਵੇ, ਭਾਵੇਂ ਨਿੰਦਿਆ ਕਰੇ, ਭਾਵੇਂ ਕੋਈ ਉਸਤਤ ਕਰੇ, ਅਸੀਂ ਤਾਂ ਹੁਣ ਆਪਣਾ ਜਿਹੜਾ ਤਨ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਢਾਲ ਦਿੱਤਾ ਹੈ। ਹੁਣ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਰਹਿਣਾ, ਉਸੇ ਦੀ ਹੀ ਟੇਕ ਲਈ ਹੈ, ਉਸੇ ਦਾ ਆਸਰਾ ਲਿਆ ਹੈ। ਹੋਰ ਕਿਸੇ ਤਰ੍ਹਾਂ ਦੀ ਜਿਹੜੀ ਤਮਾ ਸੀ ਉਹ ਤਿਆਗ ਦਿੱਤੀ ਹੈ।
ਹੋਰ ਸਭਨਾਂ ਦੀਆਂ ਟੇਕਾਂ ਆਸਰੇ ਛੱਡ ਦਿੱਤੇ ਹਨ। ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੀਂ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਹੇ ਪਰਮੇਸ਼ਰ, ਹੁਣ ਅਸੀਂ ਤਨ ਕਰਕੇ ਆਪ ਜੀ ਦੇ ਦੁਆਰੇ ਤੇ ਢਹਿ ਪਏ ਆ। ਹੁਣ ਭਾਵੇਂ ਸਾਨੂੰ ਲੋਕ ਚੰਗਾ ਕਹਿਣ ਭਾਵੇਂ ਮਾੜਾ ਕਹਿਣ, ਅਸੀਂ ਹੁਣ ਤੁਹਾਡੇ ਬਣ ਕੇ ਰਹਿਣਾ ਹੈ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜੋ ਵੀ ਪ੍ਰਭੂ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਜੋ ਤੁਹਾਡੀ ਸ਼ਰਨ ਵਿੱਚ ਇਹ ਪ੍ਰਭੂ ਜੀ ਆਉਂਦਾ ਹੈ, ਆਪ ਜੀ ਉਸ ਨੂੰ ਕਿਰਪਾ ਕਰਕੇ ਆਪਣਾ ਹੱਥ ਦੇ ਕੇ ਦਇਆ ਕਰਕੇ ਉਹਨੂੰ ਰੱਖਿਆ ਕਰਦੇ ਹੋ, ਉਹਨੂੰ ਸੰਭਾਲਦੇ ਹੋ, ਉਹਨੂੰ ਗਲੇ ਦੇ ਨਾਲ ਲਗਾ ਕੇ ਰੱਖਦੇ ਹੋ। ਜੋ ਵੀ ਤੁਹਾਡੀ ਸ਼ਰਨ ਵਿੱਚ ਆ ਜਾਏ, ਚੰਗਾ ਭਾਵੇਂ ਕੋਈ ਮਾੜਾ ਹੈ, ਕਮਜ਼ੋਰ ਹੈ ਭਾਵੇਂ ਕੋਈ ਤਾਕਤਵਰ ਹੈ, ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਸੁਚੱਜਾ ਹੈ ਭਾਵੇਂ ਕੋਈ ਕੁਚੱਜਾ ਹੈ, ਭਾਵੇਂ ਕੋਈ ਪਾਪੀ ਹੈ ਭਾਵੇਂ ਕੋਈ ਪੁੰਨੀ ਹੈ, ਜੋ ਵੀ ਕਿਸੇ ਵੀ ਤਰ੍ਹਾਂ ਦਾ ਮਨੁੱਖ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਆਪ ਜੀ ਨੂੰ ਕਿਰਪਾ ਕਰਕੇ ਰੱਖਿਆ ਕਰਦੇ ਹੋ। ਜਨ ਨਾਨਕ ਸਰਨ ਤੁਮਾਰੀ, ਹਰ ਜੀਓ ਰਾਖੋ ਲਾਜ ਮੁਰਾਰ। ਅਸੀਂ ਵੀ ਪਰਮੇਸ਼ਰ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਸਾਡੀ ਵੀ ਰੱਖਿਆ ਕਰੋ, ਸਾਡੀ ਵੀ ਲਾਜ ਪਤ ਇੱਜ਼ਤ ਰੱਖਣਾ ਕਰੋ। ਅਸੀਂ ਤੁਹਾਡੀ ਸ਼ਰਨ ਪ੍ਰਾਪਤ ਕੀਤੀ ਹੈ, ਜਿਵੇਂ ਹੋਰਨਾਂ ਦੀ ਰੱਖਿਆ ਕਰਦੇ ਹੋ ਇਵੇਂ ਹੀ ਪਰਮੇਸ਼ਰ ਅਸੀਂ ਤੁਹਾਡੀ ਸ਼ਰਨ ਪ੍ਰਾਪਤ ਕੀਤੀ ਹੈ, ਸਾਡੀ ਵੀ ਲੱਜ ਪਤ ਰੱਖੋ, ਆਪਣੀ ਸ਼ਰਨ ਦੇ ਵਿੱਚ ਸਾਨੂੰ ਰੱਖਣਾ ਕਰੋ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ। 527 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇੱਥੇ ਸੰਪੂਰਨ ਹੋਏ ਹਨ। ਦੇਵ ਗੰਧਾਰੀ ਰਾਗ ਦੀ ਅੱਜ ਆਰੰਭਤਾ ਹੋਈ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ 6ਵਾਂ ਰਾਗ ਹੈ। ਕੁੱਲ 31 ਰਾਗ ਹਨ। ਇਹ ਛੋਟਾ ਹੀ ਰਾਗ ਹੈ, ਬਹੁਤਾ ਲੰਬੇਰਾ ਨਹੀਂ। ਜਿਵੇਂ ਗੌੜੀ ਰਾਗ ਬੜਾ ਲੰਮਾ ਰਾਗ ਸੀ, ਬੇਅੰਤ ਬਾਣੀ ਉਸ ਰਾਗ ਵਿੱਚ ਦਰਜ ਹੈ। ਇਸ ਰਾਗ ਵਿੱਚ ਕੇਵਲ 3 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਅਤੇ ਹੋਰ ਕਿਸੇ ਵੀ ਮਹਾਂਪੁਰਖ ਅਤੇ ਗੁਰੂ ਸਾਹਿਬਾਨਾਂ ਦੀ ਬਾਣੀ ਇਸ ਵਿੱਚ ਦਰਜ ਨਹੀਂ ਹੈ। 3 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਅਤੇ ਥੋੜ੍ਹੇ ਹੀ ਸਮੇਂ ਵਿੱਚ ਇਸ ਰਾਗ ਦੀ ਸਮਾਪਤੀ ਹੋ ਜਾਵੇਗੀ। ਉਸ ਤੋਂ ਬਾਅਦ ਬਿਹਾਗੜਾ ਰਾਗ ਸ਼ੁਰੂ ਹੋ ਜਾਂਦਾ, ਫਿਰ ਵਡਹੰਸ ਰਾਗ ਸ਼ੁਰੂ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਆਪਾਂ 6ਵੇਂ ਰਾਗ ਨੂੰ ਅੱਜ ਆਰੰਭ ਕੀਤਾ ਹੈ। 31 ਰਾਗ ਹਨ ਕੁੱਲ। ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਬਾਣੀ ਦੀ ਕਥਾ ਵਿਚਾਰ ਆਪ ਹੀ ਕਿਰਪਾ ਕਰਕੇ ਕਰਵਾ ਲੈਣ। ਗੁਰਬਾਣੀ ਦੀ ਕਥਾ ਜਿਹੜੀ ਹੈ ਆਪਾਂ ਆਖਰੀ ਅਰਥ ਹੀ ਕਰ ਸਕਦੇ ਹਾਂ। ਸੰਪੂਰਨ ਰੂਪ ਵਿੱਚ ਵਿਆਖਿਆ ਕੋਈ ਵੀ ਦੁਨੀਆ ਦਾ ਮਨੁੱਖ ਨਾ ਤਾਂ ਕਰ ਸਕਿਆ ਅਤੇ ਨਾ ਹੀ ਕਿਸੇ ਨੇ ਕਰ ਸਕਣਾ ਹੈ। ਗੁਰਬਾਣੀ ਬੇਅੰਤ ਹੈ। ਗੁਰਬਾਣੀ ਸਮੁੰਦਰ ਦੀ ਨਿਆਈ ਹੈ। ਜਿਵੇਂ ਕੋਈ ਸਮੁੰਦਰ ਦੇ ਵਿੱਚ ਗੋਤਾਖੋਰ ਜਿਤਨੀ ਵੱਡੀ ਟੁੱਬੀ ਲਾਏਗਾ, ਉਤਨੀਆਂ ਹੀ ਉਹ ਭਾਈ ਵੱਧ ਤੋਂ ਵੱਧ ਖਾਨਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਉਨੇ ਹੀ ਵੱਧ ਰਤਨ ਜਵਾਹਰਾਤ ਉਹਨੂੰ ਪ੍ਰਾਪਤ ਹੁੰਦੇ ਹਨ। ਜਿੰਨੀ ਕੁ ਕਿਸੇ ਦੀ ਸਮਰੱਥਾ ਹੁੰਦੀ ਹੈ, ਓਨੀ ਕੀ ਟੁੱਬੀ ਲਾ ਕੇ ਪਾਈ ਉਹ ਓਨਾ ਕੀ ਕੁਝ ਪ੍ਰਾਪਤ ਕਰਦਾ ਹੈ। ਇਸ ਕਰਕੇ ਇਹ ਅਥਾਹ ਸਮੁੰਦਰ ਹੈ, ਕੋਈ ਅੰਤ ਨਹੀਂ ਹੈ ਗੁਰੂ ਕੀ ਬਾਣੀ ਦਾ। ਇਸ ਕਰਕੇ ਗੁਰਬਾਣੀ ਦੀ ਸੰਪੂਰਨ ਕਥਾ ਕੋਈ ਨਹੀਂ ਕਰ ਸਕਦਾ। ਕੇਵਲ ਆਖਰੀ ਅਰਥ ਆਪਾਂ ਕਹਿ ਸਕਦੇ ਹਾਂ, ਸੰਖੇਪ ਵਿਚਾਰ ਕਰ ਸਕਦੇ ਹਾਂ, ਅਤੇ ਬੜਿਆਂ ਗੁਰਸਿੱਖਾਂ ਨੇ ਕੀਤੀ ਹੈ। ਪਰ ਸੰਪੂਰਨ ਰੂਪ ਵਿੱਚ ਕੋਈ ਕਵੇ ਜੀ ਬਸ ਗੁਰਬਾਣੀ ਦੀ ਕਥਾ ਮੈਂ ਕਰ ਦਿੱਤੀ ਹੈ, ਇਹ ਮੁਕਾ ਦਿੱਤੀ ਹੈ, ਸੰਪੂਰਨ ਹੋ ਗਈ, ਇਸ ਤੋਂ ਵੱਧ ਕੁਝ ਵੀ ਨਹੀਂ। ਜੇ ਇੱਦਾਂ ਹੁੰਦਾ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੁਦ ਸਟੀਕ ਲਿਖ ਕੇ ਦੇ ਜਾਂਦੇ। ਖੁਦ ਮਹਾਰਾਜ ਸਾਹਿਬ ਜੀ ਨੇ ਲਿਖ ਦੇਣੀ ਸੀ ਵੀ ਬਸ ਇਹੀ ਵਿਆਖਿਆ ਹੈ। ਆ ਜਿਵੇਂ ਸਾਡੇ ਗਿਆਨਾਂ ਸਿਉਂ ਕਹਿੰਦੇ ਹੁੰਦੇ ਹਨ ਜੀ ਗੁਰਬਾਣੀ ਦਾ ਬਸ ਇੱਕੋ ਹੀ ਅਰਥ ਆ, ਹੋਰ ਕੋਈ ਵੀ ਨਹੀਂ। ਗੁਰਬਾਣੀ ਭਾਈ ਬੇਅੰਤ ਹੈ। ਗੁਰਬਾਣੀ ਦੇ ਬੇਅੰਤ ਹੀ ਅਰਥ ਹਨ। ਉਹ ਇੱਕ ਕਿਸੇ ਦੇਸ਼ ਦਾ ਬੰਦਾ ਆਇਆ ਸੀ ਹਰਿਮੰਦਰ ਸਾਹਿਬ, ਅਤੇ ਉਹਦੀ ਭਾਵਨਾ ਇੰਨੀ ਇੱਥੇ ਬਣੀ ਆ ਕੇ ਉਸੇ ਦੇਸ਼ ਦੀ ਭਾਸ਼ਾ ਦੇ ਵਿੱਚ ਉਸ ਨੂੰ ਕੀਰਤਨ ਸੁਣਿਆ ਸੀ।
ਤੇ ਜਿਹੜਾ ਇੱਧਰ ਦਾ ਸਿੰਘ ਸੀ ਉਸ ਦੇ ਨਾਲ ਉਹ ਵਿਦੇਸ਼ੀ ਗੋਰਾ ਉਹਨੂੰ ਪੁੱਛਦਾ ਵੀ ਜਿਹੜਾ ਇੱਥੇ ਗਾਇਨ ਕੀਤਾ ਜਾ ਰਿਹਾ ਸ਼ਬਦ ਇਹ ਤੁਹਾਨੂੰ ਸਮਝ ਆ ਰਿਹਾ? ਉਹ ਕਹਿੰਦਾ ਵੀ ਹਾਂ, ਇਹ ਗੁਰਮੁਖੀ ਭਾਸ਼ਾ, ਇਹ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਗਾਇਆ ਗਿਆ, ਮੈਨੂੰ ਸਮਝ ਲੱਗਿਆ। ਉਹ ਕਹਿੰਦਾ ਨਹੀਂ, ਇਹ ਤਾਂ ਸਾਡੇ ਦੇਸ਼ ਦੀ ਭਾਸ਼ਾ ਵਿੱਚ ਗਾਇਆ ਜਾ ਰਿਹਾ। ਉਹ ਹੈਰਾਨ ਹੋ ਗਿਆ ਵੀ ਗੁਰੂ ਦੀ ਐਸੀ ਕਲਾ ਵਰਤੀ ਦੀ ਹੈ। ਤੇ ਮਹਾਰਾਜ ਜੀ ਨੇ ਉਸੇ ਭਾਸ਼ਾ ਦੇ ਵਿੱਚ ਉਸ ਨੂੰ ਆਪਣੀ ਬਾਣੀ ਸੁਣਾ ਦਿੱਤੀ। ਉਹ ਸੁਣ ਕੇ ਬੜਾ ਨਿਹਾਲ ਹੋਇਆ। ਇਹ ਗੁਰੂ ਸਾਹਿਬ ਜੀ ਸਭਨਾਂ ਦੇ ਲਈ ਭਾਈ ਇਹ ਸਾਂਝਾ ਉਪਦੇਸ਼ ਹੈ। ਜੋ ਵੀ ਕਿਸੇ ਵੀ ਭਾਵਨਾ ਦੇ ਨਾਲ ਗੁਰੂ ਨੂੰ ਦੇਖਦਾ ਨਾ, ਉਸੇ ਭਾਵਨਾ ਦੇ ਨਾਲ ਉਸ ਨੂੰ ਪ੍ਰਾਪਤੀ ਹੁੰਦੀ ਹੈ। ਜਿਹੋ ਜਿਹਾ ਮਨ ਬਣਾ ਕੇ ਗੁਰੂ ਦੀ ਸੇਵਾ ਕਰਦੇ ਨੇ, ਉਹੋ ਜਿਹਾ ਕੋਈ ਫਲ ਪ੍ਰਾਪਤ ਕਰ ਲੈਂਦਾ ਹੈ। ਗੁਰਬਾਣੀ ਦਾ ਕੇਵਲ ਇੱਕ ਅਰਥ ਨਹੀਂ ਹੈ, ਗੁਰਬਾਣੀ ਦੇ ਬੇਅੰਤ ਹੀ ਅਰਥ ਹਨ। ਜਿਤਨਾ ਵੀ ਕੋਈ ਇਸ ਸਮੁੰਦਰ ਦੇ ਵਿੱਚ ਟੁੱਬੀ ਲਾਵੇਗਾ, ਉਤਨੇ ਹੀ ਗਹਿਰੇ ਦੇ ਵਿੱਚ ਪਹੁੰਚ ਕੇ ਉਹ ਭਾਈ ਓਨੇ ਹੀ ਰਤਨ ਜਵਾਹਰਾਤ ਪ੍ਰਾਪਤ ਕਰਦਾ ਰਹਿੰਦਾ ਹੈ। ਬੜੇ ਬੜੇ ਜਿਨ੍ਹਾਂ ਨੇ ਅਭਿਆਸ ਕੀਤੇ ਨੇ, ਭਾਈ ਵੀਰ ਸਿੰਘ ਜੀ ਵਰਗੇ, ਉਹਨਾਂ ਸਟੀਕ ਲਿਖੀ ਹੈ। ਤੇ ਵੈਸੇ ਉਹਨਾਂ ਨੇ 7 ਪੋਥੀਆਂ ਲਿਖੀਆਂ ਹਨ, ਸੰਪੂਰਨ ਨਹੀਂ ਕਰ ਸਕੇ। ਸਿਹਤ ਢਿੱਲੀ ਹੋਣ ਕਰਕੇ ਉਹ ਚੜ੍ਹਾਈ ਕਰ ਗਏ ਸਨ, ਸੰਪੂਰਨ ਨਹੀਂ ਲਿਖ ਸਕੇ। ਉਹਨਾਂ ਬੜੇ ਸੁੰਦਰ ਗੁਰਬਾਣੀ ਦੇ ਵਿਚਾਰਾਂ ਨੂੰ ਲਿਖਿਆ ਹੈ, ਸਟੀਕ ਦੇ ਵਿੱਚ ਟੀਕਾ ਕੀਤਾ ਹੈ। ਹੋਰ ਵੀ ਬੜੇ ਵਿਦਵਾਨਾਂ ਨੇ ਟੀਕੇ ਕੀਤੇ ਹਨ। ਬੜਾ ਭਰਪੂਰ ਗਿਆਨ ਉਹਨਾਂ ਨੇ ਲਿਖਿਆ ਹੈ, ਪਰ ਕਿਸੇ ਦਾ ਵੀ ਟੀਕਾ ਇੱਕ ਦੂਜੇ ਨਾਲ ਨਹੀਂ ਮਿਲਦਾ, ਕਿਉਂਕਿ ਗੁਰਬਾਣੀ ਬੇਅੰਤ ਹੈ। ਜਿੰਨੀ ਕਿਸੇ ਦੀ ਅਵਸਥਾ ਹੈ, ਓਨਾ ਕਿਸੇ ਨੇ ਕਥਨ ਕੀਤਾ ਹੈ। ਜਿਤਨੀ ਕਿਸੇ ਨੂੰ ਪ੍ਰਮਾਤਮਾ ਨੇ ਬਲ ਬੁੱਧੀ ਦਿੱਤੀ ਸੀ, ਉਤਨਾ ਹੀ ਬਿਆਨ ਕੀਤਾ ਹੈ। ਕਿਉਂਕਿ ਅਸੀਂ ਜੀਵਤਾ ਐਸੇ ਹਾਂ ਕਿ ਮੁਕੰਮਲ ਰੂਪ ਵਿੱਚ ਨਹੀਂ ਜਾਣ ਸਕਦੇ। ਅਸੀਂ ਗਿਆਨਵਾਨ ਹੁੰਦੇ ਹੋਏ ਵੀ ਅਗਿਆਨੀ ਹਾਂ। ਸਾਡੇ ਵਿੱਚ ਉਨੀ ਸਮਰੱਥਾ ਨਹੀਂ। ਸਾਡੀ ਹਾਲਤ ਉਸ ਮਨੁੱਖ ਵਰਗੀ ਹੈ ਜਿਹਨੂੰ ਪ੍ਰਤੱਖ ਅੱਖਾਂ ਤੋਂ ਨਹੀਂ ਦਿਸਦਾ। ਉਹ ਜਿਵੇਂ 5 ਬੰਦੇ ਸਨ, ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਸੀ ਦਿੰਦਾ। ਉਹਨਾਂ ਦੇ ਮਨ ਵਿੱਚ ਇੱਛਾ ਪ੍ਰਗਟ ਹੋਈ ਵੀ ਹਾਥੀ ਵੇਖਣਾ ਕਿੱਦਾਂ ਦਾ, ਹਾਥੀ ਕਿੱਦਾਂ ਦਾ ਹੁੰਦਾ। ਸੁਣਿਆ ਬੜੇ ਵਾਰੀ ਹੈ ਵੀ ਹਾਥੀ ਬੜਾ ਵੱਡਾ ਹੁੰਦਾ, ਤਾਕਤਵਰ ਹੁੰਦਾ। ਕੋਈ ਜਿਹੜਾ ਸਿਆਣਾ ਸੀ ਉਹ ਕਹਿੰਦਾ ਆਓ ਯਾਰ ਤੁਹਾਨੂੰ ਹਾਥੀ ਦਿਖਾਈ ਦਿੰਦੇ ਆ। ਇੱਕ ਨੂੰ ਉਹਦੇ ਹਾਥੀ ਦਾ ਸੁੰਡ ਫੜਾ ਦਿੱਤਾ, ਇੱਕ ਨੂੰ ਹਾਥੀ ਦੇ ਕੰਨ ਫੜਾ ਦਿੱਤੇ, ਇੱਕ ਨੂੰ ਹਾਥੀ ਦੀ ਲੱਤ ਪਕੜਾ ਦਿੱਤੀ, ਇੱਕ ਨੂੰ ਹਾਥੀ ਦੀ ਪੂਛ ਪਕੜਾ ਦਿੱਤੀ, ਇੱਕ ਨੂੰ ਹਾਥੀ ਦੇ ਪੇਟ ਨਾਲ ਖੜਾ ਕਰ ਦਿੱਤਾ ਸਰੀਰ ਨਾਲ। ਤੇ ਸਾਰਿਆਂ ਨੂੰ ਜਦੋਂ ਇੱਦਾਂ ਅੰਗ ਫੜਾ ਦਿੱਤੇ, ਕਹਿੰਦੇ ਵੀ ਆਹ ਵੇਖੋ ਇਹ ਹੁੰਦਾ ਹਾਥੀ। ਤੁਸੀਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ, ਹੱਥਾਂ ਦੇ ਨਾਲ ਪਰਸ ਕੇ ਤਾਂ ਦੇਖ ਸਕਨੇ ਹੋ। ਤੇ ਸਾਰਿਆਂ ਨੇ ਜਦੋਂ ਇੱਦਾਂ ਹਾਥੀ ਨੂੰ ਹੱਥ ਲਾ ਕੇ ਦੇਖ ਲਿਆ, ਕਹਿੰਦੇ ਜੀ ਦੇਖ ਲਿਆ, ਠੀਕ ਹੈ। ਹੁਣ ਆਪਸ ਦੇ ਵਿੱਚ ਆ ਕੇ ਪਤਾ ਕੀ ਗੱਲਾਂ ਕਰਦੇ ਨੇ। ਉਹ ਕਹਿੰਦੇ ਵੀ ਹਾਥੀ ਵੇਖਿਆ, ਤੈਨੂੰ ਕਿੱਦਾਂ ਦਾ ਲੱਗਿਆ? ਉਹ ਜਿਹਨੇ ਕੰਨਾਂ ਤੋਂ ਪਕੜਿਆ ਸੀ ਕਹਿੰਦਾ ਹਾਥੀ ਤਾਂ ਯਾਰ ਛੱਜੇ ਵਰਗਾ ਸੀ, ਜਿਵੇਂ ਦਾ ਛੱਜ ਹੁੰਦਾ ਨਾ, ਹਾਥੀ ਤਾਂ ਜਮਾਂ ਹੀ ਛੱਜ ਮੂੰਹਾਂ ਸੀ। ਤੇ ਫਿਰ ਦੂਜਾ ਕਹਿੰਦਾ ਨਹੀਂ ਤੈਨੂੰ ਨਹੀਂ ਫਿਰ ਪਤਾ ਲੱਗਿਆ, ਜਿਹਨੇ ਹਾਥੀ ਦੀ ਪੂਛ ਪਕੜੀ ਸੀ ਨਹੀਂ, ਕਹਿੰਦਾ ਹਾਥੀ ਤਾਂ ਰੱਸੇ ਵਰਗਾ ਸੀ। ਉਹ ਜਿਹਨੇ ਹਾਥੀ ਦੀ ਲੱਤ ਪਕੜੀ ਸੀ ਉਹ ਕਹਿੰਦਾ ਨਹੀਂ ਹਾਥੀ ਥੰਮ ਵਰਗਾ ਸੀ। ਜਿਹਨੇ ਪੇਟ ਨੂੰ ਹੱਥ ਲਾਇਆ ਉਹ ਕਹਿੰਦਾ ਨਹੀਂ ਹਾਥੀ ਤਾਂ ਕਹਿੰਦਾ ਗੀਰੇ ਵਰਗਾ ਸੀ। ਤੇ ਸਾਰੇ ਏਦਾਂ ਕਥਨ ਕਰੀ ਜਾਣ। ਹੁਣ ਆਪੋ ਆਪਣੀ ਜਗ੍ਹਾ ਤੇ ਤਾਂ ਸਾਰੇ ਹੀ ਸੱਚੇ ਨੇ, ਕਿਉਂਕਿ ਮੁਕੰਮਲ ਰੂਪ ਵਿੱਚ ਤਾਂ ਕਿਸੇ ਨੇ ਨਹੀਂ ਦੇਖਿਆ ਹੈ। ਜਿੱਥੋਂ ਤੱਕ ਕਿਸੇ ਦੀ ਪਹੁੰਚ ਸੀ ਉਵੇਂ ਹੀ ਕਿਸੇ ਨੇ ਬਿਆਨ ਕਰ ਦਿੱਤਾ। ਇੱਦਾਂ ਪਰਮੇਸ਼ਰ ਅਕਾਲ ਪੁਰਖ ਬੜਾ ਬੇਅੰਤ ਹੈ, ਉਹ ਬੜਾ ਵਿਸ਼ਾਲ ਰੂਪ ਹੈ, ਉਹਨੂੰ ਕਥਨ ਕਰ ਹੀ ਨਹੀਂ ਕੋਈ ਸਕਦਾ। ਉਹਦੇ ਹਜ਼ਾਰਾਂ ਹੀ ਨਾਮ ਹੈ, ਉਹਦੇ ਨਾਮਾਂ ਦੀ ਕੋਈ ਗਿਣਤੀ ਨਹੀਂ ਹੈ। ਤੇ ਹੋਰ ਆਪਾਂ ਕੁਦਰਤ ਦੀ ਗਿਣਤੀ ਕੀ ਕਰ ਸਕਦੇ ਹਾਂ? ਉਹਦੀ ਬੇਅੰਤਤਾ ਬਾਰੇ ਜਾਣ ਹੀ ਨਹੀਂ ਸਕੀਦਾ। ਜਿੱਥੋਂ ਤੱਕ ਕਿਸੇ ਦਾ ਹੱਥ ਪਹੁੰਚਦਾ ਉਹਨਾਂ ਕੀ ਜੀਵ ਕਥਨ ਕਰ ਦਿੰਦਾ ਹੈ, ਜਿੰਨੀ ਕੁ ਕਿਸੇ ਦੀ ਅਵਸਥਾ ਹੈ। ਸੋ ਜਿਨ੍ਹਾਂ ਦੀ ਇੱਕ ਅਰਥ ਕਰਨ ਦੀ ਅਵਸਥਾ ਹੈ, ਮੇਰੇ ਵਰਗਿਆਂ ਦੀ, ਉਹ ਫਿਰ ਇੱਕ ਅਰਥ ਹੀ ਕਰ ਦਿੰਦੇ ਹਨ। ਜਿਨ੍ਹਾਂ ਦੀ ਅਵਸਥਾ ਹੈ ਬੇਅੰਤ, ਉਹ ਇਸ ਦੇ ਬੜੇ ਬੇਅੰਤ ਅਰਥ ਕਰ ਦਿੰਦੇ ਹਨ। ਜਿਹੜੇ ਕਹਿੰਦੇ ਨੇ ਗੁਰਬਾਣੀ ਦਾ ਇੱਕੋ ਹੀ ਅਰਥ ਹੁੰਦਾ, ਉਹਨਾਂ ਦੀ ਸਮਝੋ ਨਿਆਣੀ ਮੱਤ ਹੈ। ਜਿਵੇਂ ਬੱਚਾ ਹੁੰਦਾ ਨਾ, ਬੱਚੇ ਦੇ ਪਿਤਾ ਨੂੰ ਸਾਹਮਣੇ ਖੜਾ ਕੇ ਬੱਚੇ ਦੇ ਸਾਹਮਣੇ ਕਹੀਏ ਵੀ ਇਹ ਤਾਂ ਜੀ ਚਾਚਾ ਹੈ, ਉਹ ਕਹੇਗਾ ਨਹੀਂ ਇਹ ਮੇਰਾ ਡੈਡੀ ਹੈ।
ਭਾਵੇਂ ਬੱਚੇ ਦੇ ਕੋਲੇ ਉਹਦੇ ਪਿਓ ਦਾ ਨਾਂ ਲੈ ਦੇ, ਉਹ ਕਹਿੰਦਾ ਨਹੀਂ ਇਹ ਕੁਝ ਨਹੀਂ, ਇਹ ਮੇਰਾ ਡੈਡੀ ਹੈ ਬਸ। ਹੁਣ ਇੱਕ ਬੰਦਾ ਇੱਕ ਆ, ਉਹਦੇ ਅਰਥ ਕਿੰਨੇ ਨੇ? ਕੋਈ ਉਹਨੂੰ ਬੰਦੇ ਨੂੰ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਫੁੱਫੜ ਕਹਿੰਦਾ, ਕੋਈ ਮਾਸੜ ਕਹਿੰਦਾ, ਕੋਈ ਭਰਾ ਕਹਿੰਦਾ, ਕੋਈ ਪੁੱਤ ਕਹਿੰਦਾ, ਕੋਈ ਪਿਓ ਕਹਿੰਦਾ, ਕੋਈ ਸੱਜਣ ਕਹਿੰਦਾ, ਕੋਈ ਮਿੱਤਰ ਕਹਿੰਦਾ। ਬੰਦਾ ਇੱਕ ਹੈ, ਕਿੰਨੇ ਨਾਮ ਉਹਦੇ ਪੈ ਗਏ। ਕੋਈ ਉਹਦੇ ਕਿਰਤਮ ਨਾਮ ਵੀ ਹਨ, ਕੋਈ ਗੁਨਾਹ ਕਰਕੇ ਉਹਦਾ ਨਾਮ ਪਿਆ ਹੈ। ਬੰਦਾ ਇੱਕੋ ਹੀ ਹੈ। ਇੱਕ ਬੰਦੇ ਦੇ ਕਿੰਨੇ ਅਰਥ ਹੋਏ? ਫਿਰ ਬੱਚੇ ਵਾਸਤੇ ਉਹ ਬੰਦਾ ਡੈਡੀ ਹੈ, ਉਹ ਉਸ ਨੂੰ ਡੈਡੀ ਸਮਝੇਗਾ। ਭਤੀਜੇ ਨੇ ਉਹਨੂੰ ਚਾਚਾ ਹੀ ਕਹਿਣਾ, ਕਿਸੇ ਦਾ ਉਹ ਮਾਮਾ ਲੱਗਦਾ। ਬੰਦਾ ਤਾਂ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਗੁਰਬਾਣੀ ਨੂੰ ਸਾਰੇ ਧਰਮਾਂ ਦੀ ਸਾਂਝੀ ਬਾਣੀ ਹੈ। ਕਿਸੇ ਨੇ ਕਿਸੇ ਨਜ਼ਰੀਏ ਨਾਲ ਦੇਖਿਆ, ਕਿਸੇ ਨੇ ਕਿਸੇ ਨਜ਼ਰੀਏ ਦੇ ਨਾਲ। ਗੁਰਬਾਣੀ ਨੇ ਸਭਨਾਂ ਨੂੰ ਸੁੱਖ ਦਿੱਤਾ ਹੈ, ਸਾਰਿਆਂ ਨੂੰ ਉਹ ਮਨ ਦੀ ਸ਼ਾਂਤੀ ਪ੍ਰਾਪਤੀ ਹੋਈ ਹੈ। ਕਿਸੇ ਨੇ ਗੁਰੂ ਨੂੰ ਕਿਸੇ ਨਜ਼ਰ ਨਾਲ ਦੇਖਿਆ, ਕਿਸੇ ਨੇ ਕਿਸੇ ਨਜ਼ਰੀਏ ਨਾਲ ਦੇਖਿਆ ਹੈ। ਗੁਰਬਾਣੀ ਦੇ ਬੇਅੰਤ ਅਰਥ ਹਨ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਉ ਵਰਨਾ ਕਉ ਸਾਂਝਾ। ਇਹ ਵੈਸੇ ਸ਼ੰਕਾ ਕਰਨ ਵਾਲਾ ਵਿਸ਼ਾ ਨਹੀਂ ਹੈ, ਵਿਸ਼ਾ ਲੰਮੇਰਾ ਹੈ। ਇਸ ਗੱਲ 'ਤੇ ਚੰਗੀ ਲੰਮੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਇਤਨੀਆਂ ਕੁ ਗੱਲਾਂ ਕਹਿਣ ਦੇ ਨਾਲ ਮਨ ਵਿੱਚ ਸ਼ੰਕਾ ਵੀ ਹੋ ਸਕਦਾ ਵੀ ਇਹਦਾ ਮਤਲਬ ਫਿਰ ਜਿਹੜੇ ਹਿੰਦੂ ਕਰਮ ਕਰਦੇ ਨੇ ਗੁਰਬਾਣੀ ਨੇ ਉਹਨਾਂ ਨੂੰ ਤਰਜੀਹ ਦਿੱਤੀ ਹੈ। ਨਹੀਂ, ਹਾਂ, ਜੇ ਕੋਈ ਸਿੱਖ ਵੀ ਕਿਤੇ ਗਲਤ ਕਾਰਜ ਕਰ ਰਿਹਾ ਹੈ ਨਾ, ਮਹਾਰਾਜ ਸਾਹਿਬ ਜੀ ਨੇ ਉਸ ਨੂੰ ਵੀ ਟੋਕਿਆ ਗੁਰਬਾਣੀ ਵਿੱਚ। ਕਿਆ ਸਿੱਖਾ ਇਹ ਨਹੀਂ ਕਰਨਾ, ਗੁਰਬਾਣੀ ਵਿੱਚ ਟੋਕਿਆ ਹੈ। ਗੁਰਬਾਣੀ ਸਭਨਾਂ ਦੀ ਸਾਂਝੀ ਹੈ ਅਤੇ ਗੁਰਬਾਣੀ ਦੇ ਬੇਅੰਤ ਹੀ ਅਰਥ ਹਨ, ਇੱਕੋ ਅਰਥ ਨਹੀਂ ਹੈ। ਇਸ ਗੱਲ ਨੂੰ ਮਨ ਵਿੱਚ ਨਿਸ਼ਚਾ ਕਰਕੇ ਜਾਣ ਲੈਣਾ, ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਅੱਜ ਦੇਵਗੰਧਾਰੀ ਰਾਗ ਦੀ ਆਰੰਭਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਕੇ ਇਸੇ ਤਰ੍ਹਾਂ ਗੁਰਬਾਣੀ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਵਾ ਲੈਣ। ਆਓ ਅਖੀਰ ਵਾਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸਰਨ ਤੁਮਾਰੀ ਹਰ ਜੀਓ, ਲਾਖੋ ਲਾਜ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।